ਗੁਰਮੁਖ ਹੋਵੈ ਸਾਧ ਸੰਗ, ਹੋਤ ਨ ਸੰਗ ਕੁਸੰਗ ਨ ਰਚੈ। ਗੁਰਮੁਖ ਪੰਥ ਸੁਹੇਲੜਾ, ਬਾਹਰ ਪੰਥ ਨ ਖੇਚਲ ਖਚੈ। ਗੁਰਮੁਖ ਵਰਨ ਅਵਰਨ ਹੋਏ, ਰੰਗ ਸੁਰੰਗ ਤੰਦੋਲ ਪਰਚੈ। ਗੁਰਮੁਖ ਦਰਸ਼ਨ ਦੇਖਣਾ, ਫਿਰ ਦਰਸ਼ਨ ਪਰਸਨ ਨਾ ਸਰਚੈ। ਗੁਰਮੁਖ ਨਿਹਚਲ ਮਤ ਹੈ, ਦੂਜਾ ਭਾਏ ਲੁਭਾਏ ਨਾ ਪਚੈ। ਗੁਰਮੁਖ ਸ਼ਬਦ ਕਮਾਵਣਾ, ਪੈਰੀ ਪੈ ਰਹਿ ਰਾਸ ਨਾ ਰਚੈ। ਗੁਰਮੁਖ ਭਾਏ ਭਗਤ ਜਹ ਮਚੈ। ਗੁਰਮੁਖ ਭਾਏ ਭਗਤ ਚਹ ਮਚੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਿਓ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਈਮਾਨ ਦੀਨ ਦਇਆਲ ਸਤਿਗੁਰੂ ਕਿਰਪਾਲੂ ਦਾਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਦੇ ਅੰਦਰ ਰੋਜ਼ਾਨਾ ਦੀ ਤਰ੍ਹਾਂ ਸ਼ਾਮਾਂ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਭਾਗਾਂ ਵਾਲੇ ਸਤਸੰਗੀ ਜਨੋ, ਵਡਭਾਗੇ ਹਾਂ ਜੋ ਸਾਹਿਬਾਂ ਦੀ ਦਇਆ ਰਹਿਮਤ ਦਾ ਸਦਕਾ ਪਾਵਨ ਗੋਦ ਦੇ ਅੰਦਰ ਜੁੜ ਕਰਕੇ ਗੁਰੂ ਪਿਆਰ ਵਾਲਿਆਂ ਪਾਸੋਂ ਸਾਹਿਬਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸਾਂ। ਉਪਰੰਤ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਪਵਿੱਤਰ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਸ ਲੜੀ ਦੇ ਤਹਿਤ ਪਿਛਲੇਰੇ ਦੀਵਾਨਾਂ ਦੇ ਅੰਦਰ ਭਾਈ ਗੁਰਦਾਸ ਜੀ ਦੀਆਂ 4 ਵਾਰਾਂ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ। ਅਗਲੇ ਦੀ 5ਵੀਂ ਵਾਰ, ਜਿਸ ਦੇ ਅੰਦਰ ਜੋ ਗੁਰਬਾਣੀ ਦੇ ਅਨੁਸਾਰ ਜੀਵਨ ਜਾਂਚ ਸਾਹਿਬ ਨੇ ਬਾਣੀ ਦੇ ਅੰਦਰ ਸਾਨੂੰ ਸਿਖਾਈ ਹੈ, ਉਸੇ ਨੂੰ ਹੀ ਭਾਈ ਗੁਰਦਾਸ ਜੀ ਨੇ ਬਿਆਨ ਕਰਦਿਆਂ, ਉਸੇ ਦੀ ਵਿਆਖਿਆ ਕਰਦਿਆਂ ਹੋਇਆਂ ਵੱਖ-ਵੱਖ ਪੌੜੀਆਂ ਦੇ ਅੰਦਰ ਵੱਖ-ਵੱਖ ਉਦਾਹਰਨਾਂ ਦੇ ਕਰਕੇ ਸਾਨੂੰ ਸਮਝਾਇਆ ਹੈ। ਅੱਜ 5ਵੀਂ ਵਾਰ ਦੀ ਪਹਿਲੀ ਪੌੜੀ ਦੀ ਵਿਚਾਰ, ਜਿਸ ਦਾ ਪਾਠ ਆਪ ਜੀਆਂ ਨੇ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਪਾਸੋਂ ਸ਼੍ਰਵਣ ਕੀਤਾ ਹੈ, ਇਸ ਦੇ ਨਾਲ ਸਾਂਝ ਬਣਾਉਣੀ ਹੈ। ਆਓ ਵਿਚਾਰਾਂ ਦੀ ਅਰਥਤਾ ਤੋਂ ਪਹਿਲਾਂ ਗੁਰੂ ਚਰਨਾਂ ਦੇ ਅੰਦਰ ਹਾਜ਼ਰੀ ਲਵਾਈਏ। ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਵਾਹਿਗੁਰੂ ਜੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰਮੁਖ ਹੋਵੈ ਸਾਧ ਸੰਗ, ਹੋਤ ਨ ਸੰਗ ਕੁਸੰਗ ਨ ਰਚੈ। ਇੱਕ ਓੰਕਾਰ ਸਾਡੀ ਸ਼ੁਰੂਆਤ ਹੀ ਇਸੇ ਤੋਂ ਹੁੰਦੀ ਹੈ, ਔਰ ਬੜੀ ਤਰਾਸਦੀ ਦੀ ਗੱਲ ਹੈ, ਅਸੀਂ ਸ਼ਬਦ ਵਰਤਦੇ ਹਾਂ ਮੂਲ ਮੰਤਰ ਜਾਂ ਮੰਗਲਾਚਰਨ ਵੀ ਕਿਹਾ ਜਾਂਦਾ ਹੈ,
ਔਰ ਸਾਨੂੰ ਮੂਲ ਦੇ ਹੀ ਅਰਥ ਨਹੀਂ ਪਤਾ ਅਜੇ ਤੱਕ। ਹੈਰਾਨੀ ਹੈ ਨਾ, ਜਿਸ ਕੌਮ ਨੂੰ ਸਾਹਿਬ ਨੇ 533 ਵਾਰ ਲਗਭਗ ਲਿਖ ਕੇ ਦਿੱਤਾ ਹੋਵੇ, ਇੱਕੋ ਹੀ ਚੀਜ਼ ਨੂੰ ਦੁਬਾਰਾ ਰਿਪੀਟ ਕੀਤਾ ਹੋਵੇ, ਉਹ ਕਿੰਨੀ ਕੁ ਜ਼ਰੂਰੀ ਹੋਏਗੀ ਨਾ। 533 ਤੋਂ ਵੱਧ ਵਾਰ ਇੱਕੋ ਚੀਜ਼ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਦਰਜ ਕੀਤਾ ਹੋਵੇ, ਔਰ ਉਹਦਾ ਹੀ ਸਾਨੂੰ ਅਜੇ ਤੱਕ ਗਿਆਨ ਨਹੀਂ ਹੈ। ਅਸੀਂ ਅੱਗੇ ਤਾਂ ਕੀ ਵਧਣਾ ਸੀ। ਅਸੀਂ ਬੜਾ ਜ਼ੋਰ ਲਾਇਆ ਹੈ, ਵੱਡੇ ਗੁਰਮਤਿ ਸਮਾਗਮ, ਰੈਣ ਸਬਾਈ ਕੀਰਤਨ ਦਰਬਾਰ, ਪਰ ਹੈਰਾਨੀ ਇਸ ਗੱਲ ਦੀ ਹੈ ਵੀ ਸਾਨੂੰ ਅਜੇ ਤੱਕ ਸ਼ੁਰੂਆਤ ਦਾ ਹੀ ਨਹੀਂ ਪਤਾ। ਬਹੁਤਾਤ ਕੌਮ ਨੂੰ ਅਜੇ ਤੱਕ ਮੂਲ ਮੰਤਰ ਦੇ ਅਰਥ ਹੀ ਨਹੀਂ ਪਤਾ, ਤੇ ਜਿਸ ਕੌਮ ਨੂੰ ਆਪਣੇ ਮੂਲ ਦਾ ਜੜ ਦਾ ਹੀ ਨਹੀਂ ਪਤਾ, ਉਹ ਬਾਕੀ ਉੱਤੇ ਕੀ ਕਰੇਗਾ। ਸਮਝ ਤੇ ਸਾਨੂੰ ਅਜੇ ਤੱਕ ਮੂਲ ਮੰਤਰ ਦੀ ਨਹੀਂ ਆਈ। ਇੰਨੀ ਜ਼ਿੰਦਗੀ ਕੱਢ ਦਿੱਤੀ, ਅਸੀਂ ਕਦੇ ਯਤਨ ਵੀ ਨਹੀਂ ਕੀਤਾ। ਬੜਾ ਗਿਆਨ ਇਕੱਠਾ ਕਰ ਲਿਆ ਅਸੀਂ। ਗਿਆਨ ਦਾ ਘਾਟਾ ਨਹੀਂ ਹੈ ਸਾਡੀ ਕੌਮ ਦੇ ਕੋਲ, ਬੜਾ ਗਿਆਨ ਹੈ ਹਰੇਕ ਦੇ ਕੋਲ। ਜਿਹੜਾ ਕਹਿੰਦਾ ਹੈ ਨਾ, ਕਈ ਵਾਰ ਅਸੀਂ ਸ਼ਬਦ ਵਰਤਦੇ ਨਾ, ਗੁਰਬਾਣੀ ਦੇ ਗਿਆਨ ਜੀ ਬੜਾ ਔਖਾ ਹੈ ਤੇ ਅਸੀਂ ਸਮਝ ਨਹੀਂ ਸਕਦੇ ਇਹਨੂੰ। ਜੇ ਪੰਜਾਬੀ ਦਾ ਸ਼ਬਦ ਜਿਹੜਾ ਅਕਸਰ ਮੈਂ ਵਰਤਦਾ, ਇਹਨੂੰ ਪੰਜਾਬੀ 'ਚ ਕਹਿੰਦੇ ਹੁਜਤ ਕਰਨੀ। ਔਰ ਇਹ ਸ਼ਬਦ ਪਤਾ ਕੌਣ ਵਰਤਦਾ? ਇੱਕ ਉਹ ਮਨੁੱਖ ਵਰਤੇ ਜਿਹੜਾ ਕਦੇ ਸਕੂਲ ਨਹੀਂ ਗਿਆ। ਉਹਨਾਂ ਨੂੰ ਵੀ ਪਤਾ ਹੈ ਇਹਦਾ ਔਖਾ ਨਹੀਂ ਹੈ। ਕਿੰਨਾ ਗਿਆਨ, ਜਿਹੜਾ ਬੰਦਾ ਸਕੂਲ ਨਹੀਂ ਗਿਆ ਉਹਦੇ ਕੋਲ ਵੀ ਤੇ ਕਿੰਨਾ ਗਿਆਨ ਹੈ ਨਾ। ਔਰ ਜੇ ਉਹ ਵੀ ਇਹ ਸ਼ਬਦ ਵਰਤਦਾ ਹੈ ਤਾਂ ਵੀ ਗਲਤ ਹੈ। ਇਹ ਹੈਰਾਨੀ ਦੀ ਗੱਲ ਹੈ ਵੀ ਪੜ੍ਹਿਆ ਲਿਖਿਆ, ਜਿਹਨੇ ਇੰਨੀਆਂ ਡਿਗਰੀਆਂ, ਇੰਨੇ ਸਰਟੀਫਿਕੇਟ ਜਿਹੜਾ ਚੁੱਕੀ ਫਿਰਦਾ ਹੈ, ਉਹ ਉਸ ਬਾਤ ਨੂੰ ਨਹੀਂ ਸਮਝ ਪਾ ਰਿਹਾ ਜਿਹੜੀ ਸਾਹਿਬ ਨੇ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਉਹਨਾਂ ਬੰਦਿਆਂ ਨੂੰ ਸਿਖਾਈ ਜਿਨ੍ਹਾਂ ਨੂੰ ਕੁਝ ਵੀ ਨਹੀਂ ਸੀ ਆਉਂਦਾ। ਕਿਉਂਕਿ ਗੁਰਬਾਣੀ ਉਹਨਾਂ ਵਾਸਤੇ ਨਹੀਂ ਸੀ ਜਿਹੜੇ PhD ਸਕਾਲਰ ਸਨ। ਗੁਰਬਾਣੀ ਤੇ ਸਾਹਿਬ ਨੇ ਉਹਨਾਂ ਨੂੰ ਸਿਖਾਈ ਹੈ ਜਿਹੜੇ ਕਦੇ ਸਕੂਲ ਕੀ, ਜਿਨ੍ਹਾਂ ਦੇ ਕੋਲ ਹੱਕ ਹੀ ਨਹੀਂ ਸੀ ਸਕੂਲ ਜਾਣ ਦਾ। ਸਾਹਿਬ ਦੇ ਨਾਲ ਰਹਿਣ ਵਾਲਾ ਸਾਰਿਆਂ ਤੋਂ ਪਹਿਲਾਂ ਜਿਹੜਾ ਹੈ, ਉਹਦੇ ਕੋਲ ਹੱਕ ਹੀ ਨਹੀਂ ਹੈ ਸਕੂਲ ਜਾਣ ਦਾ। ਨੀਵੀਂ ਜ਼ਾਤ ਦਾ ਹੈ, ਉਹਦੇ ਕੋਲ ਤੇ ਹੱਕ ਹੀ ਨਹੀਂ ਹੈਗਾ। ਪਹਿਲੀ ਸਿੱਖਿਆ ਸੁਣਨ ਵਾਲੀ ਭੈਣ, ਉਹਦੇ ਕੋਲ ਹੱਕ ਹੀ ਨਹੀਂ ਹੈਗਾ ਇੱਦਾਂ ਦਾ ਗਿਆਨ ਬਹੁਤਾ ਪ੍ਰਾਪਤ ਕਰਨ ਦਾ। ਧਾਰਮਿਕ ਗਿਆਨ ਨਹੀਂ ਪ੍ਰਾਪਤ ਕਰ ਸਕਦੇ ਬਹੁਤਾ। ਉਹਨਾਂ ਵਾਸਤੇ ਬਾਣੀ ਉਚਾਰੀ ਹੈ, ਜਿਨ੍ਹਾਂ ਨੂੰ ਅਸੀਂ ਜੰਗਲਾਂ 'ਚ ਰਹਿਣ ਵਾਲੇ ਆਦੀਵਾਸੀ ਕਹਿ ਦਿੰਦੇ ਹਾਂ। ਔਰ ਉਦੋਂ ਸ਼ਬਦ ਰਾਖਸ਼ ਵਰ ਇਕੱਲੇ ਕਿਤੇ ਭਾਈ ਕੌਡੇ ਨੂੰ ਸਿੱਖਿਆ ਥੋੜ੍ਹੀ ਨਾ ਦਿੱਤੀ ਸਾਹਿਬ ਨੇ। ਉਹਦੇ ਨਾਲ ਦੇ ਬੜੇ ਸਨ ਜਿਹੜੇ ਸਿੱਖ ਗਏ। ਕਿਹੜੇ ਸਕੂਲ 'ਚ ਜਾ ਕੇ ਕਿਹੜੀਆਂ ਡਿਗਰੀਆਂ ਲਈਆਂ ਸੀ, ਕਿੰਨਾ ਕੁ ਗਿਆਨ ਉਹਨਾਂ ਦੇ ਕੋਲ ਹੋਵੇਗਾ। ਜਦੋਂ ਅਸੀਂ ਇਹ ਗੱਲ ਕਹਿੰਦੇ ਆ ਨਾ ਵੀ ਇਹ ਬਾਣੀ ਬੜੀ ਔਖੀ ਹੈ ਜੀ, ਸਾਡੀ ਸਮਝ ਤੋਂ ਬਾਹਰ ਹੈ ਜੀ, ਅਸੀਂ ਸਿੱਖ ਨਹੀਂ ਸਕਦੇ, ਇਹਦਾ ਭਾਵ ਹੈ ਅਸੀਂ ਹੁਜਤਾਂ ਕਰਦੇ ਹਾਂ, ਹੋਰ ਕੁਝ ਨਹੀਂ ਹੈ। ਅਸੀਂ ਇੰਨਾ ਕੁਝ ਸਿੱਖ ਸਕਦੇ ਹਾਂ, ਵਰਕ ਕਰਦੇ ਹਾਂ, ਥਾਂ ਦੇ ਉੱਤੇ ਜੌਬਾਂ ਕਰਦੇ, ਇੱਦਾਂ ਹੀ ਹੋ ਜਾਂਦੀਆਂ ਨੇ ਜੀ। ਇੱਕ ਉਹ ਚੀਜ਼ ਨਹੀਂ ਅਸੀਂ ਸਮਝ ਪਾ ਰਹੇ ਵੀ ਜਿਹੜੀ ਆਮ ਲੋਕਾਂ ਦੇ ਪੱਧਰ ਦੀ ਹੈ, ਜਿਹੜੀ ਆਮ ਲੋਕਾਈ ਦੇ ਪੱਧਰ ਦੀ, ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਸੀ ਗਿਆਨ ਦੇ ਨਾਮ ਦੇ ਉੱਤੇ, ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈ, ਉਹ ਇਸ ਬਾਣੀ ਨੂੰ ਸਮਝਦੇ ਨੇ। ਤੇ ਇੱਕ ਉਹ ਮਨੁੱਖ ਜਿਹੜਾ ਪੜ੍ਹੇ ਲਿਖੇ ਤਬਕੇ ਦਾ, ਜਿਹੜਾ ਕਹਿੰਦਾ ਮੈਂ ਇੰਨੇ ਉੱਚੇ ਅਹੁਦਿਆਂ ਤੇ ਬੈਠਾ, ਇੰਨਾ ਗਿਆਨ ਮੇਰੇ ਕੋਲ ਹੈ, ਇੰਨੀਆਂ ਡਿਗਰੀਆਂ ਮੇਰੇ ਕੋਲ ਆ, ਇੰਨਾ ਐਕਸਪੀਰੀਅੰਸ ਮੇਰੇ ਕੋਲ ਆ, ਉਹ ਇਹ ਗੱਲ ਜਦੋਂ ਕਹਿੰਦਾ ਹੈ ਕਿ ਜੀ ਮੇਰੇ ਕੋਲ ਇੰਨੀ ਸਮਰੱਥਾ ਨਹੀਂ ਹੈ ਵੀ ਬਾਣੀ ਨੂੰ ਮੈਂ ਸੌਖਿਆ ਸਮਝ ਸਕਾਂ, ਫਿਰ ਇਹਨੂੰ ਤੇ ਹੁਜਤ ਹੀ ਕਹਾਂਗੇ ਨਾ, ਹੋਰ ਤੇ ਕੁਝ ਨਹੀਂ ਕਹਿ ਸਕਦੇ। ਇਸ ਤੋਂ ਵੱਧ ਤੇ ਕੁਝ ਨਹੀਂ ਕਹਿ ਸਕਦੇ ਨਾ। ਔਰ ਇਹ ਮੂਲ ਮੰਤਰ ਸਾਨੂੰ ਅਜੇ ਤੱਕ ਸਮਝ ਨਹੀਂ ਆਇਆ, ਜਿਹਦਾ ਭਾਵ ਬੜਾ ਸੌਖਾ ਜਿਹਾ ਸੀ। ਔਰ ਇਹ ਗੁਣ ਸਨ, ਜਿਹਨੇ ਰੱਬ ਨੂੰ ਸਮਝਣਾ ਹੋਵੇ ਉਹ ਇਸ ਮੂਲ ਮੰਤਰ ਨੂੰ ਸਮਝ ਲਵੇ, ਰੱਬ ਦੀ ਸਮਝ ਆ ਜਾਏਗੀ ਵੀ ਰੱਬ ਕਿਵੇਂ ਦਾ। ਅਸੀਂ ਆਪਣੇ ਵਰਗਾ ਬਣਾ ਲਿਆ ਨਾ ਰੱਬ ਵੀ, ਸਾਨੂੰ ਵੀ ਰੱਬ ਆਪਣੇ ਵਰਗਾ ਲੱਗਦਾ। ਜਦੋਂ ਰੱਬ ਦੀ ਵਿਆਖਿਆ ਕਰਦੇ, ਜਿੱਦਾਂ ਸਾਨੂੰ ਆਪਣੀ ਉਸਤਤ ਚੰਗੀ ਲੱਗਦੀ ਹੈ, ਇੱਦਾਂ ਹੀ ਸਾਨੂੰ ਲੱਗਦਾ ਵੀ ਰੱਬ ਨੂੰ ਵੀ ਨਾ ਜੇ ਉਸਤਤ ਕਰਾਂਗੇ ਤੇ ਫੇਰ ਬੜਾ ਖੁਸ਼ ਹੋ ਜਾਏਗਾ। ਉਹਨੂੰ ਲੋੜ ਨਹੀਂ ਹੈ ਤੁਹਾਡੀ ਉਸਤਤ ਦੀ, ਤੁਸੀਂ ਕਰਨੀ ਹੈ ਤੇ ਚੰਗੀ ਗੱਲ ਹੈ, ਕਰਨੀ ਪਏਗੀ ਤੁਹਾਨੂੰ ਲੋੜ ਹੈ। ਪਰ ਉਹਨੂੰ ਇਸ ਗੱਲ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਵੀ ਤੁਸੀਂ ਕੀ ਕਹਿ ਰਹੇ ਹੋ, ਉਹਦੇ ਵਾਸਤੇ ਚੰਗਾ ਕਹਿ ਰਹੇ ਹੋ ਜਾਂ ਮਾੜਾ ਕਹਿ ਰਹੇ ਹੋ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਅਕਸਰ ਸੌਖੀ ਜਿਹੀ ਉਦਾਹਰਣ ਵਰਤੀ ਜਾਂਦੀ ਹੈ, ਕੋਈ ਸੂਰਜ ਨੂੰ ਕਹੀ ਜਾਵੇ ਹਾਂ ਵੀ ਇਹਦੀ ਤਪਸ਼ ਘੱਟ ਹੈ ਜੀ,
ਇਹ ਮਾੜਾ ਹੈ ਜੀ, ਇਹ ਚੰਗਾ, ਫਿਰ ਉਹਨੂੰ ਕੀ ਫਰਕ ਪੈ ਜਾਏਗਾ? ਕੋਈ ਫਰਕ ਪਏਗਾ ਸੂਰਜ ਨੂੰ ਕਹਿਣ ਦੇ ਨਾਲ? ਸਾਡੇ ਕਿਹਾ ਸੂਰਜ ਨੂੰ ਕੀ ਫਰਕ ਪੈਂਦਾ ਹੈ? ਅਸੀਂ ਉਹਦੇ ਵਾਸਤੇ ਬੜਾ ਚੰਗਾ ਕਹੀ ਜਾਈਏ ਤੇ ਫਿਰ ਉਹਨੂੰ ਕੀ ਫਰਕ ਪੈ ਜਾਏਗਾ? ਫਿਰ ਕਿਹੜਾ ਉਹਨੇ ਜ਼ਿਆਦਾ ਰੌਸ਼ਨੀ ਸਾਨੂੰ ਦੇ ਦੇਣੀ ਹੈ? ਨਾ ਉਹਨੇ ਸਾਨੂੰ ਜ਼ਿਆਦਾ ਸਾਡੇ ਕਹਿਣ ਦੇ ਕਰਕੇ ਰੌਸ਼ਨੀ ਦੇਣੀ ਹੈ, ਨਾ ਉਹਨੇ ਘੱਟ ਦੇਣੀ ਹੈ। ਉਹਦਾ ਆਪਣਾ ਸੁਭਾਅ ਹੈ, ਉਹਦਾ ਆਪਣਾ ਸਿਸਟਮ ਹੈ, ਉਹਨੇ ਆਪਣੇ ਸਿਸਟਮ 'ਚ ਹੀ ਚੱਲਣਾ ਹੈ। ਰੱਬ ਨੂੰ ਵੀ ਸਾਡੇ ਕਹਿਣ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਉਹਦੇ ਗੁਣ ਨੇ, ਜਿਨ੍ਹਾਂ ਗੁਣਾਂ ਨੂੰ ਅਸੀਂ ਅਪਣਾਉਣਾ ਹੈ। ਉਹ ਇੱਕ ਹੈ ਅਕਾਲ ਪੁਰਖ ਵਾਹਿਗੁਰੂ, ਔਰ ਸਦੀਵੀ ਹੈ, ਹਮੇਸ਼ਾ ਰਹਿਣ ਵਾਲਾ ਹੈ ਤੇ ਸਾਰਿਆਂ ਦੇ ਅੰਦਰ ਇੱਕੋ ਜਿਹਾ ਵਸਿਆ ਹੈ। ਇਹ ਨਹੀਂ ਹੈ ਵੀ ਕੋਈ ਕਹਿ ਦੇਵੇ ਵੀ ਮੈਂ ਜੀ ਉੱਚੀ ਜ਼ਾਤ ਦਾ ਤੇ ਰੱਬ ਮੇਰੇ ਅੰਦਰ ਜ਼ਿਆਦਾ ਹੈ, ਤੇ ਜਿਹੜਾ ਨੀਵੀਂ ਜ਼ਾਤ ਦਾ ਉਹਦੇ ਅੰਦਰ ਰੱਬ ਘੱਟ ਹੈ। ਸਭ ਕਹਿੰਦੇ ਭੁਲੇਖਾ ਹੈ। ਇੱਥੇ ਸਾਰਿਆਂ ਦੇ ਵਿੱਚ ਇੱਕੋ ਜਿਹਾ, ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮੈਂ ਘੀਆ, ਸਭ ਕਹਿੰਦੇ ਇੱਕੋ ਜਿਹਾ ਹੀ ਹੈ। ਇਹਦੇ 'ਚ ਕੋਈ ਫਰਕ ਨਹੀਂ ਹੈ। ਰੱਬ ਉੱਦਾਂ ਦਾ ਹੀ ਹੈ, ਜਿੱਦਾਂ ਦਾ ਇੱਕ ਉੱਚੀ ਜ਼ਾਤ ਵਾਲੇ ਦੇ ਅੰਦਰ ਹੈ, ਓਨਾ ਹੀ ਨੀਵੀਂ ਜ਼ਾਤ ਵਾਲੇ ਦੇ ਅੰਦਰ ਹੈ। ਜਿੰਨਾ ਮਨੁੱਖ ਦੇ ਅੰਦਰ ਹੈ, ਓਨਾ ਹੀ ਬਾਕੀ ਜੀਵਾਂ ਦੇ ਅੰਦਰ ਹੈ। ਰੱਬ ਦੀ ਵਿਆਪਕਤਾ ਸਾਡੇ ਸਰੀਰ ਦੇ ਕਰਕੇ ਨਹੀਂ ਬਦਲਦੀ। ਰੱਬ ਓਨਾ ਹੀ ਵਿਆਪਕ ਹੈ ਹਰੇਕ ਥਾਂ ਦੇ ਉੱਤੇ। ਉਹ ਵੱਖਰੀ ਗੱਲ ਹੈ ਵੀ ਅਸੀਂ ਕਿਹਦੀ ਸੁਣਦੇ ਹਾਂ? ਅਸੀਂ ਰੱਬ ਦੀ ਸੁਣਦੇ ਹਾਂ ਜਾਂ ਅੰਦਰ ਬੈਠੇ ਹੋਏ ਸ਼ੈਤਾਨ ਦੀ ਸੁਣਦੇ ਹਾਂ? ਕਿਉਂਕਿ ਰੱਬ ਨੇ ਸਾਨੂੰ ਤਰੀਕਾ ਦੱਸ ਦਿੱਤਾ, ਸਾਨੂੰ ਹੁਕਮ ਦੇ ਦਿੱਤਾ ਵੀ ਭਲਿਆ ਇੱਦਾਂ ਜੀਣਾ ਚਾਹੀਦਾ ਤੈਨੂੰ। ਨਹੀਂ ਜੀ ਰਹੇ ਤੇ ਭਾਈ ਸਾਡੀ ਮਰਜ਼ੀ ਹੈ। ਇਹ ਨਹੀਂ ਆ ਵੀ ਜਦੋਂ ਅਸੀਂ ਕਈ ਵਾਰ ਕਹਿੰਦੇ ਨਾ ਵੀ ਜੋ ਹੋ ਰਿਹਾ ਹੈ ਰੱਬ ਕਰ ਰਿਹਾ ਹੈ, ਤੇ ਫਿਰ ਅਸੀਂ ਕਹਿੰਦੇ ਹਾਂ ਜੇ ਮੈਂ ਮਾੜਾ ਕੀਤਾ, ਕਿਸੇ ਦਾ ਕਤਲ ਕਰ ਦਿੱਤਾ, ਤੇ ਫਿਰ ਉਹਦਾ ਜ਼ਿੰਮੇਵਾਰ ਮੈਂ ਥੋੜ੍ਹੀ ਨਾ, ਰੱਬ ਨੇ ਕੀਤਾ। ਉਹ ਵੀ ਬੜਾ ਭੁਲੇਖਾ ਜਿਹਾ ਚੱਲਦਾ ਸਾਡੇ ਅੰਦਰ। ਤੇ ਦੇਖੋ ਜੀ, ਜੇ ਤੁਸੀਂ ਕਹਿੰਦੇ ਹੋ ਵੀ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਤੇ ਸਾਰਾ ਕੁਝ ਜਿੰਨਾ ਇਹ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ, ਤੇ ਚੋਰੀਆਂ ਕਰਨ ਵਾਲਿਆਂ ਨੂੰ ਤੁਸੀਂ ਮਾੜਾ ਕਿਉਂ ਕਹਿੰਦੇ ਹੋ? ਨਸ਼ਾ ਕਰਨ ਵਾਲਿਆਂ ਨੂੰ ਤੁਸੀਂ ਮਾੜਾ ਕਿਉਂ ਕਹਿੰਦੇ ਹੋ? ਇੱਦਾਂ ਹੀ ਚੱਲਦਾ ਨਾ, ਕਈ ਵਾਰ ਆਉਂਦੇ ਖਿਆਲ ਇੱਦਾਂ ਦੇ ਦਿਮਾਗ ਦੇ ਅੰਦਰ ਵੀ ਜਦੋਂ ਸਾਰਾ ਕੁਝ ਹੀ ਉਹ ਕਰ ਰਿਹਾ ਹੈ, ਫਿਰ ਮੈਨੂੰ ਦੋਸ਼ ਕਿਉਂ ਦਿੰਦੇ ਹੋ? ਦੋਸ਼ੀ ਤੇ ਰੱਬ ਹੈ। ਸਭ ਕਹਿੰਦੇ ਨਹੀਂ, ਇੱਦਾਂ ਨਹੀਂ ਹੈ, ਦੋਸ਼ੀ ਤੂੰ ਹੀ ਹੈ। ਜੋ ਤੂੰ ਕਰ ਰਿਹਾ ਹੈ ਨਾ, ਤੈਨੂੰ ਸਿਆਣਪ, ਤੈਨੂੰ ਬੁੱਧ ਦਿੱਤੀ ਹੈ ਰੱਬ ਨੇ, ਉਹਨੂੰ ਕਿਵੇਂ ਵਰਤਣਾ ਹੈ ਇਹ ਤੇਰੀ ਜ਼ਿੰਮੇਵਾਰੀ ਹੈ। ਔਰ ਉਹਦਾ ਦੋਸ਼ੀ ਤੂੰ ਆਪ ਹੈ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣੇ। ਤੈਨੂੰ ਜੋ ਤੂੰ ਕਰ ਰਿਹਾ ਹੈ ਨਾ, ਤੈਨੂੰ ਉਹਦਾ ਲੇਖਾ, ਉਹਦਾ ਹਿਸਾਬ, ਉਹਦਾ ਫਲ ਤੈਨੂੰ ਮਿਲਣਾ ਹੈ। ਜਾਂ ਇੱਦਾਂ ਸਮਝ ਲਈਏ, ਕਈਆਂ ਨੇ ਘਰਾਂ ਦੇ ਅੰਦਰ ਕੁੱਕਰ ਰੱਖਿਆ ਹੁੰਦਾ ਹੈ, ਕੁੱਤਾ ਰੱਖਿਆ ਹੁੰਦਾ ਹੈ, ਸੈਰ ਕਰਾਉਣ ਵਾਸਤੇ ਲੈ ਕੇ ਜਾਂਦੇ ਨੇ। ਉਹਦੇ ਗਲ ਦੇ ਵਿੱਚ ਜੰਜੀਰੀ ਪਈ ਹੁੰਦੀ ਹੈ, ਰੱਸੀ ਪਾਈ ਹੈ, ਰੋਜ਼ ਲੈ ਕੇ ਜਾਂਦੇ ਉਹਨੂੰ। ਕਦੇ ਕਿਸੇ ਨੇ ਇਹ ਕਿਹਾ ਵੀ ਜਿਹੜਾ ਲਾਗੋਂ ਦੀ ਲੰਘ ਰਿਹਾ ਏ ਕੁੱਤੇ ਨੂੰ, ਕਦੇ ਕਿਸੇ ਨੇ ਕਿਹਾ ਵੀ ਤੂੰ ਇਹਦੇ ਦੰਦੀ ਵੱਢ ਦੇ, ਇਹਦੇ ਚੱਕ ਮਾਰ ਦੇ? ਨਹੀਂ ਕਿਹਾ ਨਾ। ਪਰ ਜੇ ਕਿਤੇ ਨਾ ਕਹਿਣ ਦੇ ਬਾਵਜੂਦ ਵੀ ਰੱਸੀ ਸਾਡੇ ਹੱਥ 'ਚ ਹੈ, ਉਹ ਲਾਗੋਂ ਦੇ ਲੰਘਦੇ ਦੇ ਇੱਕਦਮ ਚੱਕ ਮਾਰ ਦੇਵੇ, ਫਿਰ ਅਸੀਂ ਤਾਂ ਨਹੀਂ ਕਿਹਾ ਨਾ। ਸਾਡੀ ਰੱਸੀ ਤੋਂ ਬਾਹਰਾ ਹੋ ਕੇ, ਸਾਡੇ ਕਹਿਣ ਤੋਂ ਬਾਹਰਾ ਹੋ ਕੇ ਉਸ ਕੁੱਤੇ ਨੇ ਉਹਦੇ ਚੱਕ ਮਾਰਿਆ। ਔਰ ਉਲਾਂਭਾ ਕਿਹਨੂੰ ਮਿਲਿਆ? ਸਾਨੂੰ ਮਿਲਿਆ। ਹੁਕਮ ਤੋਂ ਬਾਹਰਾ ਹੋਇਆ ਨਾ, ਸਾਡੇ ਕਹਿਣ ਤੋਂ ਬਾਹਰਾ ਹੋਇਆ ਕੁੱਤਾ, ਔਰ ਉਹਨੂੰ ਫਲ ਮਿਲਿਆ। ਉਹਦੇ ਡਾਂਗ ਪਈ, ਤੁਸੀਂ ਮਾਰਿਆ, ਜਾਂ ਜਿਹਦੇ ਚੱਕ ਮਾਰਿਆ ਉਹਨੇ ਮਾਰਿਆ, ਉਹਨੂੰ ਉਹਦਾ ਫਲ ਮਿਲਿਆ। ਇੱਦਾਂ ਹੀ ਅਸੀਂ ਵੀ ਹਾਂ। ਅਸੀਂ ਜਦੋਂ ਉਹਦੇ ਹੁਕਮ ਰੂਪ ਜੰਜੀਰ ਤੋਂ ਬਾਹਰ ਜਾ ਕੇ ਕੁਝ ਕਰਦੇ ਹਾਂ ਨਾ, ਤੇ ਉਹਦਾ ਫਲ ਸਾਨੂੰ ਮਿਲੇਗਾ। ਉਹਦਾ ਜ਼ਿੰਮੇਵਾਰ ਰੱਬ ਨਹੀਂ ਹੈ, ਕਿਉਂਕਿ ਤੁਸੀਂ ਜ਼ਿੰਮੇਵਾਰ ਨਹੀਂ ਸੀ ਨਾ। ਤੁਸੀਂ ਕਹੋਗੇ ਭਲਿਆ ਮੈਂ ਥੋੜ੍ਹੀ ਨਾ ਕਿਹਾ ਵੀ ਇਹਨੂੰ ਵੱਢ ਦੇ, ਮੈਂ ਤਾਂ ਆਰਾਮ ਨਾਲ ਤੁਰਿਆ ਜਾ ਰਿਹਾ ਸੀ ਇਹਨੂੰ ਲੈ ਕੇ, ਪਤਾ ਨਹੀਂ ਇਹਦੇ ਦਿਮਾਗ 'ਚ ਕੀ ਆਇਆ। ਬਸ ਇੱਦਾਂ ਹੀ ਹੈ। ਰੱਬ ਦੋਸ਼ੀ ਨਹੀਂ ਹੈ ਸਾਡੇ ਕੀਤੇ ਹੋਏ ਕੰਮਾਂ ਦਾ। ਅਸੀਂ ਜਦੋਂ ਉਹਦੇ ਹੁਕਮ ਤੋਂ ਬਾਹਰੇ ਹੋ ਕੇ ਜ਼ਿੰਦਗੀ ਨੂੰ ਜਿਉਂਦੇ ਹਾਂ, ਫਿਰ ਉਹਦੇ ਜ਼ਿੰਮੇਵਾਰ ਵੀ ਅਸੀਂ ਹਾਂ। ਉਹਨੇ ਤੇ ਸੌਖਾ ਜਿਹਾ ਸਿਖਾਇਆ ਹੈ ਵੀ ਸਾਰਿਆਂ ਦੇ ਨਾਲ ਮਿਲ ਕੇ ਰਹਿ, ਸਾਰਿਆਂ ਦੇ ਨਾਲ ਇਕੱਠੇ ਹੋ ਕੇ ਰਹਿ, ਸਾਰੇ ਇੱਕੋ ਜਿਹੇ ਨੇ। ਮਾਨਸ ਕੀ ਜ਼ਾਤ ਸਭੈ ਏਕੈ ਪਹਿਚਾਨਬੋ, ਸਾਰੇ ਇੱਕੋ ਜਿਹੇ ਨੇ, ਕੋਈ ਫਰਕ ਨਹੀਂ ਹੈਗਾ। ਪਰ ਫਿਰ ਵੀ ਅਸੀਂ ਉਹਦੇ ਹੁਕਮ ਤੋਂ ਬਾਹਰੇ ਜਾ ਕੇ ਜਦੋਂ ਜ਼ਿੰਦਗੀ ਜਿਉਂਦੇ ਹਾਂ, ਫਿਰ ਉਹਦੇ ਦੋਸ਼ੀ ਅਸੀਂ ਹਾਂ। ਔਰ ਸਾਹਿਬ ਕਹਿੰਦੇ ਸਤ ਉਹ ਸਦੀਵੀ ਹੋਂਦ ਵਾਲਾ ਹੈ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ ਐਸੇ ਮਾਲਕ ਵਾਹਿਗੁਰੂ ਦਾ ਪਤਾ ਲੱਗਦਾ ਹੈ। ਉਹਦੇ ਗੁਣਾਂ ਦੀ ਸਮਝ ਸਾਨੂੰ ਤਾਂ ਆਉਂਦੀ ਹੈ ਜੇ ਅਸੀਂ ਗੁਰੂ ਦੇ ਨਾਲ ਜੁੜ ਜਾਈਏ।
ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਮਝ ਨਹੀਂ ਆਉਂਦੀ। ਇੱਕ ਖਾਸ ਖਿਆਲ ਹੋਰ, ਕਈ ਵਾਰ ਇਹ ਭੁਲੇਖਾ ਪੈਂਦਾ ਹੈ, ਮੂਲ ਮੰਤਰ ਦਾ ਉਚਾਰਨ ਕਿਵੇਂ ਕਰਨਾ ਹੈ, ਤੇ ਇਹ ਹੈ ਕਿੰਨਾ ਕੁ, ਕਿੱਥੋਂ ਤੱਕ ਹੈ ਮੂਲ ਮੰਤਰ। ਜਦੋਂ ਗੁਰਬਾਣੀ ਦੇ ਅੰਦਰ ਅਸੀਂ ਦਰਸ਼ਨ ਕਰਦੇ ਹਾਂ ਤੇ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੀ ਦਰਜ ਮਿਲਦਾ ਹੈ। ਪਰ ਕਈ ਵਾਰ ਅਸੀਂ ਦੇਖਦੇ ਹਾਂ ਕਿ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਮੂਲ ਮੰਤਰ ਦੇ ਅੰਦਰ ਦਰਜ ਹੋਇਆ ਮਿਲਦਾ ਹੈ। ਜੇ ਇੱਦਾਂ ਅਸੀਂ ਦੇਖੀਏ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਲਗੀਧਰ ਸਵਾਮੀ ਨੇ ਇੰਨੀ ਵਾਰ ਇਹ ਮੂਲ ਮੰਤਰ ਬਾਣੀ ਦੇ ਅੰਦਰ ਦਰਜ ਕੀਤਾ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਕਿੱਥੋਂ ਤੱਕ ਹੈ। ਜੇ ਉਹਨਾਂ ਨੇ ਇੰਨੀ ਵਾਰ ਗੁਰਪ੍ਰਸਾਦ ਤੱਕ ਲਿਖਿਆ ਹੈ। ਦੂਜਾ ਸਵਾਲ, ਜਦੋਂ ਅਸੀਂ ਕਿਸੇ ਵੀ ਰਚਨਾ ਨੂੰ ਲਿਖਦੇ ਹਾਂ, ਉਹਦਾ ਸਿਰਲੇਖ ਦਿੰਦੇ ਹਾਂ, ਜੇ ਅਸੀਂ ਉਸ ਸ਼ਲੋਕ ਨੂੰ ਨਾਲ ਮਿਲਾ ਦੇਵਾਂਗੇ ਮੂਲ ਮੰਤਰ ਦੇ, ਫਿਰ ਬਾਣੀ ਦਾ ਪਹਿਲੀ ਜਿਹੜੀ ਬਾਣੀ ਹੈ ਉਹਦਾ ਨਾਮ ਕੀ ਹੋਵੇਗਾ? ਤੇ ਜਪ ਤਾਂ ਆ ਗਿਆ ਮੂਲ ਮੰਤਰ ਦੇ ਅੰਦਰ, ਫਿਰ ਬਾਣੀ ਦੀ ਸ਼ੁਰੂਆਤ ਕਿੱਥੋਂ ਹੋਵੇਗੀ? ਸੋਚਿਆ ਸੋਚਣਾ ਹੋਵੇ। ਫਿਰ ਬਾਣੀ ਦਾ ਨਾਮ ਕੀ ਹੈ? ਸਿਰਲੇਖ ਕੀ ਰਹਿ ਗਿਆ? ਬਾਣੀ ਦਾ ਸਿਰਲੇਖ ਨਹੀਂ ਰਹੇਗਾ। ਔਰ ਜੇ ਇਹੀ ਆਧਾਰ ਹੈ ਮੂਲ ਮੰਤਰ ਦਾ, ਤੇ ਫਿਰ ਹਰ ਥਾਂ ਦੇ ਉੱਤੇ ਜਾ ਕੇ ਮੂਲ ਮੰਤਰ ਦੇ ਨਾਲ ਅਗਲੇਰੀ ਬਾਣੀ ਦਾ ਨਾਮ ਜੋੜਨਾ ਪਏਗਾ ਸਾਨੂੰ। ਭਾਵੇਂ ਆਸਾ ਕੀ ਵਾਰ ਦੇ ਨਾਲ ਪੂਰਾ ਸੰਪੂਰਨ ਮੂਲ ਮੰਤਰ ਦਰਜ ਹੈ, ਫਿਰ ਉੱਥੇ ਵੀ ਤੇ ਜੋੜਨਾ ਪਏਗਾ। ਉੱਥੇ ਵੀ ਤੇ ਸਾਰਾ ਉਸ ਜਿਹੜਾ ਅੱਗੇ ਲਿਖਿਆ ਹੋਇਆ ਹੈ ਪਹਿਲਾ ਸ਼ਲੋਕ ਨਾਲ ਜੋੜਨਾ ਪਏਗਾ, ਕਿਉਂਕਿ ਇੱਧਰ ਦਾ ਸ਼ਲੋਕ ਵੀ ਅਸੀਂ ਜੋੜ ਰਹੇ ਹਾਂ। ਆਦਿ ਸੱਚ ਜੁਗਾਦ ਸੱਚ ਸ਼ਲੋਕ ਹੈ, ਇਸ ਸ਼ਲੋਕ ਨੂੰ ਨਾਲ ਜੋੜਦੇ ਹਾਂ। ਨਹੀਂ, ਮੂਲ ਮੰਤਰ ਦਾ ਸਰੂਪ ਗੁਰਪ੍ਰਸਾਦ ਤੱਕ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਔਰ ਇਸੇ ਇਹੋ ਜਿਹੀ ਪ੍ਰਮਾਤਮਾ ਦੀ ਬਖਸ਼ਿਸ਼, ਉਹਦੇ ਗੁਣ ਸਾਨੂੰ ਕਿੱਥੋਂ ਮਿਲਦੇ ਨੇ? ਉਹ ਗੁਰੂ ਦੇ ਕੋਲੋਂ ਮਿਲਦੇ ਨੇ। ਜਦੋਂ ਤੱਕ ਅਸੀਂ ਗੁਰੂ ਦੇ ਕੋਲੋਂ ਸਿੱਖਦੇ ਨਹੀਂ, ਉਹਦੀਆਂ ਦਾਤਾਂ ਨੂੰ ਅਸੀਂ ਪ੍ਰਾਪਤ ਨਹੀਂ ਕਰ ਸਕਦੇ। ਭਾਈ ਗੁਰਦਾਸ ਜੀ ਨੇ ਅੱਜ ਦੀ ਪੌੜੀ ਦੇ ਅੰਦਰ ਸਾਨੂੰ ਗੁਰਮੁਖ ਦੇ ਲੱਛਣ, ਗੁਰਮੁਖ ਦਾ ਜੀਵਨ ਸਮਝਾਇਆ ਹੈ ਵੀ ਕਿਵੇਂ ਦਾ ਹੈ। ਜਿਹੜਾ ਸੱਚਮੁੱਚ ਗੁਰਮੁਖ ਹੈ, ਭਾਈ ਗੁਰਦਾਸ ਜੀ ਨੇ ਲਫ਼ਜ਼ ਵਰਤੇ, ਕਹਿੰਦੇ ਗੁਰਮੁਖ ਹੋਵੇ ਸਾਧ ਸੰਗ। ਜਿਹੜਾ ਗੁਰਮੁਖ ਹੈ ਉਸ ਗੁਰੂ ਦੀ ਸੰਗਤ ਦੇ ਵਿੱਚ ਸ਼ੋਭਦਾ ਹੈ, ਗੁਰੂ ਦੀ ਸੰਗਤ ਦੇ ਵਿੱਚੋਂ ਸਿੱਖਦਾ ਹੈ। ਔਰ ਉਹਦੀ ਖਾਸੀਅਤ ਹੈ ਇੱਕ, ਜੇ ਕਿਤੇ ਉਹ ਮਾੜੇ ਥਾਂ ਚਲਾ ਜਾਵੇ, ਫਿਰ ਉਹ ਮਾੜੇ ਥਾਂ ਜਾ ਕੇ ਉੱਥੇ ਦਾ ਪ੍ਰਭਾਵ ਨਹੀਂ ਕਬੂਲਦਾ। ਮਾੜਿਆਂ ਦੀ ਸੰਗਤ ਦੇ ਵਿੱਚ ਜਾ ਕੇ ਉਹਨੂੰ ਭਾਵੇਂ ਕਿ ਉਹ ਚਲਾ ਜਾਂਦਾ ਹੈ, ਪਰ ਉਹ ਪ੍ਰਭਾਵ ਨਹੀਂ ਕਬੂਲਦਾ। ਪਹਿਲੀ ਗੱਲ ਤੇ ਜਿਹੜਾ ਗੁਰੂ ਕਾ ਪਿਆਰਾ ਹੈ ਭੈੜੀ ਸੰਗਤ 'ਚ ਨਹੀਂ ਜਾਂਦਾ, ਤੇ ਜੇ ਜਾਣਾ ਵੀ ਪੈ ਜਾਵੇ ਉੱਥੇ ਰਹਿੰਦਿਆਂ ਹੋਇਆਂ ਵੀ ਉਹ ਸੰਗਤ ਤੋਂ ਬਾਹਰ ਰਹਿੰਦਾ ਹੈ। ਕਿਉਂਕਿ ਗੁਰੂ ਦਾ ਹੁਕਮ ਉਹਨੇ ਸਿੱਖਿਆ ਹੋਇਆ, ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉ ਕਰ ਉਲਟੀ ਰੇ। ਤੇ ਸਾਹਿਬ ਕਹਿੰਦੇ ਸਾਕਤ ਦੇ ਨਾਲੋਂ ਤੇ ਬੜਾ ਦੂਰ ਰਿਹਾ ਕਰ। ਸਾਕਤ ਸੰਗ ਨਾ ਕੀਜੀਏ ਪਿਆਰੇ ਜੇ ਕਾ ਪਾਰ ਵਸਾਏ। ਸਾਕਤ ਦੇ ਨਾਲ ਜਦੋਂ ਤੱਕ ਵਸ ਚੱਲਦਾ ਹੋਵੇ ਨਾ, ਉਦੋਂ ਤੱਕ ਤੇ ਉਹਦੇ ਤੋਂ ਦੂਰ ਰਹਿਣਾ ਚਾਹੀਦਾ ਹੈ। ਉਹਦੇ ਤੋਂ ਇੰਨਾ ਕੁ ਦੂਰ ਰਹਿ ਵੀ ਤੇਰੇ ਨਾਲ ਉਹ ਲੱਗ ਹੀ ਨਾ ਜਾਵੇ, ਕਿਉਂਕਿ ਜੇ ਕਿਤੇ ਲੱਗ ਗਿਆ ਨਾ ਤੇਰੇ ਨਾਲ, ਫਿਰ ਤਾਂ ਜ਼ਿੰਦਗੀ ਨੂੰ ਖੁਆਰ ਕਰਕੇ ਜਾਏਗਾ, ਫਿਰ ਤਾਂ ਨੁਕਸਾਨ ਕਰੇਗਾ, ਚੀਰ ਕੇ ਰੱਖ ਦੇਵੇਗਾ ਤੇਰੀ ਜ਼ਿੰਦਗੀ ਨੂੰ, ਤੇਰੇ ਅੰਦਰ ਦੇ ਗੁਣਾਂ ਨੂੰ ਖੁਆਰ ਕਰ ਦੇਵੇਗਾ, ਕਿਉਂਕਿ ਇਹਦਾ ਸੁਭਾਅ ਹੀ ਇੱਦਾਂ ਦਾ ਹੈ। ਸਾਕਤ ਦਾ ਸੁਭਾਅ, ਸਾਹਿਬ ਕਹਿੰਦੇ ਇਹਦਾ ਸੁਭਾਅ, ਇਹਦੀ ਜ਼ਿੰਦਗੀ ਦੇ ਅੰਦਰ ਇੱਕੋ ਹੀ ਚੀਜ਼ ਹੈ, ਪਰ ਹਰਨਾ ਲੋਭ ਝੂਠ ਨਿੰਦਾ, ਇਵੇਂ ਹੀ ਕਰਤ ਗੁਦਾਰੀ। ਸਾਰੀ ਜ਼ਿੰਦਗੀ ਆਹੀ ਕੁਝ ਕਰਦਿਆਂ ਕੱਢ ਦਿੱਤੀ। ਪਰ ਹਰਨਾ ਪਰਾਇਆ ਧਨ, ਪਰਾਈਆਂ ਵਸਤਾਂ ਇਕੱਠੀਆਂ ਕਰ ਲੈ, ਖੋਹ ਲੈ, ਮੇਰੇ ਕੋਲ ਆ ਜਾਣ। ਲੋਭ ਲਾਲਚ ਦੀ ਜ਼ਿੰਦਗੀ ਦੇ ਅੰਦਰ ਹੈ। ਝੂਠ ਬੋਲਣ ਦਾ ਸੁਭਾਅ ਇਹਦਾ ਨਹੀਂ ਜਾਂਦਾ, ਨਿੰਦਿਆ ਕਰਨ ਦਾ ਸੁਭਾਅ ਇਹਦਾ ਨਹੀਂ ਜਾਂਦਾ। ਪਰ ਹਰਨਾ ਲੋਭ ਝੂਠ ਨਿੰਦ, ਇਵੇਂ ਹੀ ਕਰਤ ਗੁਦਾਰੀ, ਸਾਰੀ ਜ਼ਿੰਦਗੀ ਇੱਦਾਂ ਹੀ ਕੱਢ ਦਿੱਤੀ। ਆਹੀ ਕੁਝ ਕਰਦੇ ਹਾਂ। ਮ੍ਰਿਗ ਤ੍ਰਿਸ਼ਨਾ, ਆਸ, ਮਿੱਥਿਆ ਮੀਠੀ, ਇਹ ਸਾਰਾ ਕੁਝ ਇਹੀ ਕੀਤਾ। ਸਾਰੀ ਜ਼ਿੰਦਗੀ ਦੂਜਿਆਂ ਨੂੰ ਲੁੱਟਿਆ, ਦੂਜਿਆਂ ਦਾ ਨੁਕਸਾਨ ਕੀਤਾ, ਦੂਜਿਆਂ ਦੀਆਂ ਚੀਜ਼ਾਂ ਵਸਤਾਂ ਨੂੰ ਖੋਹਿਆ, ਆਪਣਾ ਅਧਿਕਾਰ ਜਮਾਇਆ। ਆਹੀ ਕੁਝ ਤੇ ਕਰਦੇ ਹਾਂ। ਸਾਹਿਬ ਕਹਿੰਦੇ ਇਹੀ ਤੇ ਨਿਸ਼ਾਨੀ ਹੈ ਸਾਕਤ ਦੀ। ਸਾਕਤ ਦਾ ਸੁਭਾਅ ਗੁਰੂ ਦੇ ਨਾਲੋਂ ਬੜਾ ਦੂਰ ਹੈ, ਗੁਰੂ ਦੇ ਨਾਲ ਨਹੀਂ ਮਿਲਦਾ। ਔਰ ਜਿਹੜਾ ਗੁਰੂ ਦੇ ਨਾਲ ਮਿਲ ਗਿਆ, ਸਾਹਿਬ ਕਹਿੰਦੇ ਫਿਰ ਉਹਦੀ ਜ਼ਿੰਦਗੀ ਤਾਂ ਸੌਖੀ ਹੈ।
ਤੇ ਗੁਰੂ ਨੇ ਅਰਦਾਸ ਵੀ, ਜਦੋਂ ਸਾਹਿਬ ਅਰਦਾਸ ਵੀ ਕਰਦੇ ਨੇ ਨਾ, ਬੜੀ ਵਾਰ ਇੱਦਾਂ ਦੇ ਬਾਣੀ ਦੇ ਅੰਦਰ ਲਫ਼ਜ਼ ਮਿਲਣਗੇ ਤੁਹਾਨੂੰ। ਸਾਹਿਬ ਦੇ ਪਾਵਨ ਬਚਨ ਨੇ, ਮਾਲਕ ਕਹਿੰਦੇ ਇਹਦੇ ਨਾਲੋਂ ਦੂਰ ਰੱਖਿਆ ਕਰ। ਮੇਰੇ ਮੋਹਨ ਸ਼ਰਵਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਜਾਏ। ਸਾਕਤ ਤੋਂ ਦੂਰ ਰਵਾਂ ਮੈਂ, ਕਿਉਂਕਿ ਇਹਦੇ ਬੋਲ ਬੜੇ ਮਾੜੇ ਨੇ। ਇਹਦੇ ਬੋਲਾਂ ਨਾਲ ਹੀ ਜ਼ਿੰਦਗੀ ਖੁਆਰ ਹੋ ਜਾਂਦੀ ਹੈ। ਇਹੋ ਜਿਹਾ ਦੀ ਕਈ ਵਾਰ ਗੱਲ ਸੁਣੀ ਵੀ ਨਾ, ਅੰਦਰ ਦੇ ਟਿਕਾ ਨੂੰ ਖਿੰਡਾ ਦਿੰਦੀ ਹੈ। ਅੰਦਰ ਦਾ ਮਨ ਟਿਕਿਆ ਹੋਇਆ, ਗੁਰੂ ਦੇ ਨਾਲ ਜੁੜਿਆ ਹੋਇਆ, ਕਿਸੇ ਭੈੜੇ ਬੰਦੇ ਦੀ ਸੰਗਤ 'ਚ ਜਾ ਕੇ ਜ਼ਿੰਦਗੀ ਨੂੰ ਖੁਆਰ ਕਰ ਦਿੰਦਾ। ਬੜੀਆਂ ਉਦਾਹਰਨਾਂ ਨੇ ਇੱਦਾਂ ਦੀਆਂ ਵੀ, ਜਿੱਥੇ ਗੁਰੂ ਦੇ ਕੋਲ ਬੈਠਣ ਦੇ ਨਾਲ, ਗੁਰਮੁਖ ਪਿਆਰਿਆਂ ਦੇ ਕੋਲ ਬੈਠਣ ਦੇ ਕਰਕੇ ਜ਼ਿੰਦਗੀ ਸੌਖੀ ਹੁੰਦੀ ਹੈ ਨਾ, ਉੱਥੇ ਇੱਦਾਂ ਦਾ ਜੀਵਨ ਵੀ ਹੈ। ਜੇ ਗੁਰੂ ਦੇ ਨਾਲ ਜੁੜੇ ਹੋਏ ਸਨ, ਮਾੜਿਆਂ ਦੀ ਸੰਗਤ ਕੀਤੀ ਤੇ ਗੁਰੂ ਤੋਂ ਦੂਰ ਹੋ ਗਏ, ਇੱਦਾਂ ਦੇ ਵੀ ਬੜੇ ਨੇ। ਪ੍ਰਿੰਸੀਪਲ ਗੰਡਾ ਸਿੰਘ ਵਰਗਿਆਂ ਦਾ ਕਦੇ ਜੀਵਨ ਪੜ੍ਹ ਕੇ ਦੇਖਿਆ ਜੇ, ਕਈ ਵਾਰ ਇੱਦਾਂ ਦੀਆਂ ਘਟਨਾਵਾਂ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਵਾਪਰੀਆਂ। ਪ੍ਰੋਫੈਸਰ ਪੂਰਨ ਸਿੰਘ ਵਰਗੇ ਬੜੇ ਨੇ ਇੱਦਾਂ ਦੇ, ਜਿਹੜੇ ਗੁਰੂ ਦੇ ਨਾਲ ਕਦੇ ਜੁੜੇ ਹੋਏ ਸਨ, ਔਰ ਉਹ ਇੰਨੇ ਕੁ ਜੁੜੇ ਸਨ, ਪਰਿਵਾਰ ਦੇ ਅੰਦਰ ਸਿੱਖੀ ਦਾ ਬੀਜ ਇੰਨਾ ਕੁ ਸੀ ਵੀ ਕਦੇ ਸੋਚ ਹੀ ਨਹੀਂ ਸਕਦਾ ਸੀ ਵੀ ਇੱਦਾਂ ਦਾ ਵੀ ਕੁਝ ਹੋ ਸਕਦਾ ਹੈ। ਪਰ ਬਾਹਰ ਗਏ ਵਿੱਦਿਆ ਵਾਸਤੇ, ਅੱਜ ਸਾਡੇ ਅੰਦਰ ਵੀ ਤਾਂ ਇੱਦਾਂ ਹੀ ਚੱਲਦਾ ਹੈ। ਬਸ ਫਰਕ ਹੈ ਉਹ ਤਾਂ ਮੁੜ ਆਏ ਕਿਉਂਕਿ ਪਰਿਵਾਰ ਦੇ ਅੰਦਰ ਇੰਨਾ ਕੁ ਸੱਚ ਸੀ, ਗੁਰੂ ਦੇ ਨਾਲ ਇੰਨਾ ਕੁ ਪਿਆਰ ਸੀ, ਬਚਪਨ ਤੋਂ ਉਹ ਪਿਆਰ ਹਿਰਦੇ ਦੇ ਅੰਦਰ ਇਕੱਠਾ ਕਰਕੇ ਭਰਿਆ ਹੋਇਆ ਸੀ। ਔਰ ਜਿਹਦੇ ਅੰਦਰ ਬਚਪਨ ਤੋਂ ਭਰਿਆ ਹੋਵੇ, ਹੋ ਸਕਦਾ ਹੈ ਸਮੇਂ ਦੇ ਨਾਲ ਕਿਤੇ ਉਹ ਗਲਤੀ ਕਰ ਲਵੇ, ਪਰ ਫਿਰ ਮੁੜ ਕੇ ਆ ਜਾਂਦਾ ਹੈ। ਪਰ ਜਿਨ੍ਹਾਂ ਦੇ ਅੰਦਰ ਬਚਪਨ ਤੋਂ ਹੀ ਕਦੇ ਸੱਚ ਨਹੀਂ ਗਿਆ, ਬਚਪਨ ਤੋਂ ਹੀ ਸਿਰਫ ਲਾਲਚ ਸਿਖਾਇਆ ਹੈ, ਮਾੜੇ ਸੁਭਾਅ ਸਿੱਖੇ ਹੋਏ ਨੇ, ਉਹ ਬਾਅਦ ਵਿੱਚ ਵੀ ਨਹੀਂ ਬਦਲਦੇ। ਪ੍ਰੋਫੈਸਰ ਪੂਰਨ ਸਿੰਘ ਤਾਂ ਮੁੜ ਕੇ ਆ ਜਾਂਦੇ ਨੇ, ਕੇਸ ਵੀ ਕਟਾ ਲਏ, ਵੈਰਾਗੀ ਬਣ ਗਏ। ਉਹ ਉਦਣ ਮੁੜ ਕੇ ਆ ਗਏ, ਅੰਦਰ ਇੰਨਾ ਕੁ ਜਪਜੀ ਸਾਹਿਬ ਦਾ ਪਾਠ ਕੀਤਾ ਹੋਇਆ ਸੀ, ਉਹ ਅੰਦਰ ਇੰਨਾ ਕੁ ਟਿਕਿਆ ਹੋਇਆ ਸੀ। ਜਿੱਦਣ ਬਾਹਰੋਂ ਫੇਰ ਇੱਕ ਵਾਰ ਹਲੂਣਾ ਮਿਲਿਆ ਨਾ, ਤੇਰੇ ਤੇ ਕੇਸ ਬੜੇ ਸੋਹਣੇ ਨੇ। ਪ੍ਰਿੰਸੀਪਲ ਗੰਡਾ ਸਿੰਘ ਨੇ ਲਫ਼ਜ਼ ਵਰਤੇ ਸਨ ਉਹਨਾਂ ਵਾਸਤੇ, ਇਹ ਇੱਦਾਂ ਦਾ ਜੀਵਨ ਕਿਵੇਂ ਹੋ ਗਿਆ ਤੇਰਾ, ਤੂੰ ਤੇ ਸੱਚਮੁੱਚ ਗੁਰਮੁਖ ਸੀ। ਇਹ ਲਫ਼ਜ਼ ਸੁਣਦਿਆਂ ਹੀ ਮਨ ਬਦਲ ਗਿਆ। ਉਸੇ ਵੇਲੇ ਫਿਰ ਦੁਬਾਰਾ ਸਿੱਖੀ ਧਾਰਨ ਕਰ ਲਈ। ਤੇ ਸਾਹਿਬ ਕਹਿੰਦੇ ਜਿਹੜਾ ਗੁਰੂ ਕਾ ਪਿਆਰਾ ਹੈ, ਉਹਦੇ ਉੱਤੇ ਸੰਗਤ ਦਾ ਜਿਹੜੇ ਮਾੜਾ ਸੰਗ ਹੈ, ਮਾੜੀ ਸੰਗਤ ਦਾ ਪ੍ਰਭਾਵ ਨਹੀਂ ਪੈਂਦਾ, ਕਿਉਂਕਿ ਉਹਦੇ ਤੋਂ ਉਹ ਬਚ ਕੇ ਰਹਿੰਦਾ ਹੈ। ਗੁਰਮੁਖ ਪੰਥ ਸੁਹੇਲੜਾ, ਬਾਹਰ ਪੰਥ ਨਾ ਖੇਚਲ ਖੱਚੈ। ਗੁਰਮੁਖ ਪੰਥ ਜਿਹੜਾ ਹੈ, ਜਿਹੜਾ ਇਸ ਪੰਥ ਦੇ ਉੱਤੇ ਤੁਰਦਾ ਹੈ, ਨਾਨਕ ਨਿਰਮਲ ਪੰਥ ਚਲਾਇਆ। ਇਸ ਨਿਰਮਲ ਪੰਥ ਦੇ ਉੱਤੇ, ਗੁਰੂ ਦੇ ਮਾਰਗ ਦੇ ਉੱਤੇ ਚੱਲਣ ਵਾਲਾ ਫਿਰ 12 ਪੰਥ ਜਿਹੜੇ ਜੋਗੀਆਂ ਦੇ, ਉਹਨਾਂ ਦੇ ਵਿੱਚ ਨਹੀਂ ਉਲਝਦਾ। ਜੋਗੀਆਂ ਦੇ 12 ਪੰਥ ਨੇ। ਸਾਰਿਆਂ ਤੋਂ ਉੱਚਾ ਪੰਥ ਜਿਹੜਾ ਹੈ ਉਹ ਆਈ ਪੰਥ ਮੰਨਿਆ ਜਾਂਦਾ ਹੈ, ਜਿਹਦਾ ਗੁਰਬਾਣੀ ਦੇ ਅੰਦਰ ਵੀ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ। ਸਭ ਕਹਿੰਦੇ ਸੰਸਾਰ ਦੇ ਵਾਸਤੇ ਹੋਵੇਗਾ ਜੋਗੀਆਂ ਦਾ ਆਈ ਪੰਥ ਸਾਰਿਆਂ ਤੋਂ ਸ੍ਰੇਸ਼ਟ। ਪਰ ਜਦੋਂ ਮੈਂ ਆਈ ਪੰਥ ਦੀ ਗੱਲ ਕਰਾਂ ਤੇ ਫਿਰ ਮੇਰੇ ਵਾਸਤੇ ਆਈ ਪੰਥ ਕਿਹੜਾ ਹੈ? ਆਈ ਪੰਥੀ ਸਗਲ ਜਮਾਤੀ। ਜਿਹੜੇ ਜਮਾਤੀ ਨੇ, ਜਿਹੜੇ ਸੱਚ ਦੀ ਗੱਲ ਕਰਨ ਵਾਲੇ ਨੇ, ਜਿਹੜੇ ਰੱਬ ਦੀ ਗੱਲ ਕਰਨ ਵਾਲੇ ਨੇ, ਉਹੀ ਅਸਲ ਦੇ ਵਿੱਚ ਆਈ ਪੰਥ ਹੈ। ਜਿਹੜਾ ਇਸ ਪੰਥ ਦੇ ਵਿੱਚ ਆ ਗਿਆ ਉਹ ਮਨ ਨੂੰ ਜਿੱਤ ਲੈਂਦਾ ਹੈ, ਉਹ ਸੱਚਮੁੱਚ ਮਨ ਨੂੰ ਜਿੱਤਣਾ ਸਿੱਖ ਜਾਂਦਾ ਹੈ। ਫਿਰ ਉਹ ਦੂਜੇ ਪੰਥਾਂ ਦੇ ਵਿੱਚ ਦੂਜੇ ਪਾਸੇ ਜਾਣ ਦੀ ਉਹਨੂੰ ਲੋੜ ਨਹੀਂ ਪੈਂਦੀ। ਸਾਡੇ ਪਰਿਵਾਰਾਂ ਦੇ ਅੰਦਰ ਵੀ ਤੇ ਅਸੀਂ ਗੁਰਮੁਖ ਪੰਥ ਨੂੰ ਛੱਡ ਕੇ, ਗੁਰੂ ਦੇ ਮਾਰਗ ਨੂੰ ਛੱਡ ਕਰਕੇ ਕਿੰਨੇ ਪੰਥਾਂ ਦੇ ਵਿੱਚ ਤੁਰੇ ਫਿਰਦੇ ਹਾਂ। ਸਾਡੇ ਤੇ ਆਪਣੇ ਹੀ ਬੜੇ ਪੰਥ ਹੋ ਗਏ। ਜਿੱਥੇ ਸਾਹਿਬ ਨੇ ਸਿਖਾਇਆ ਸੀ ਵੀ ਇਕੱਠੇ ਹੋ ਕੇ ਬੈਠਣਾ ਹੈ, ਉੱਥੇ ਅਸੀਂ ਕਿੰਨਾ ਕੁਝ ਕਰਦੇ ਫਿਰਦੇ ਹਾਂ। ਪਾਵਨ ਬਚਨ ਨੇ, ਮਾਲਕ ਨੇ ਸਾਨੂੰ ਇੱਕ ਉਪਦੇਸ਼ ਦਿੱਤਾ ਸੀ, ਭਲਿਆ ਜੇ ਸੱਚਮੁੱਚ ਗੁਰੂ ਦੇ ਨਾਲ ਮਿਲਣਾ ਚਾਹੁੰਦਾ ਹੈ ਨਾ, ਗੁਰੂ ਕਾ ਸਿੱਖ ਹੋਣਾ ਹੈ, ਤੇ ਤੈਨੂੰ ਮੈਂ ਇੱਕ ਧੁਰ ਦੀ ਗੱਲ ਸਿਖਾ ਜਾਵਾਂ। ਇੱਕ ਬੇਸ ਹੈ, ਉਸ ਬੇਸ ਨੂੰ ਜ਼ਿੰਦਗੀ ਦਾ ਆਧਾਰ ਬਣਾ ਲਿਆ ਜੇ, ਕਦੇ ਦੁੱਖ ਨਹੀਂ ਆਏਗਾ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਸਾਏ। ਇਹ ਖਿਆਲ ਸਾਡੀ ਜ਼ਿੰਦਗੀ 'ਚ ਹੈ ਕਿਸੇ ਦੀ? ਹਰੇਕ ਨੇ ਆਪੋ ਤਾਪੀ ਕਰਕੇ ਆਪਣਾ ਆਪਣਾ ਨਿਆਰਾ ਨਿਆਰਾ ਧਰਮ ਚਲਾ ਲਿਆ, ਆਪਣੇ ਆਪਣੇ ਪੰਥ ਚਲਾ ਲਏ। ਇਸ ਗੱਲ ਨੂੰ ਕਿਸੇ ਨੇ ਪੜ੍ਹਿਆ ਨਹੀਂ, ਕਿਸੇ ਨੇ ਸੁਣਿਆ ਨਹੀਂ, ਕੋਈ ਨਹੀਂ ਕਹਿੰਦਾ ਇਹ ਗੱਲ।
ਤੁਸੀਂ ਦੇਖ ਲਿਆ ਜੇ ਕਦੇ ਇਹ ਗੱਲ ਤੁਸੀਂ ਕਿਸੇ ਦੇ ਮੂੰਹੋਂ ਨਹੀਂ ਸੁਣੋਗੇ, ਜਿਨ੍ਹਾਂ ਨੇ ਆਪਣੇ ਆਪਣੇ ਧਰਮ ਚਲਾਏ ਨੇ ਨਾ, ਆਪਣੇ ਆਪਣੇ ਪੰਥ ਚਲਾ ਕੇ ਬੈਠੇ ਨੇ ਸਿੱਖੀ ਦੇ ਅੰਦਰ ਵੀ, ਉਹਨਾਂ ਦੇ ਮੂੰਹ ਇਹ ਗੱਲ ਨਹੀਂ ਸੁਣ ਸਕਦੇ ਤੁਸੀਂ, ਕਿਉਂਕਿ ਉਹਨਾਂ ਨੂੰ ਪਤਾ ਹੈ ਜੀ ਮੈਂ ਇਹ ਗੱਲ ਸੁਣਾਈ ਫਿਰ ਮੈਨੂੰ ਵੀ ਸਵਾਲ ਹੋਏਗਾ ਵੀ ਭਲਿਆ ਤੂੰ ਆਪਣਾ ਧੜਾ ਵੱਖਰਾ ਕਿਉਂ ਬਣਾ ਕੇ ਬੈਠਾ, ਮੈਨੂੰ ਵੀ ਸਵਾਲ ਕਰੇਗਾ ਨਾ ਕੋਈ। ਇਸੇ ਕਰਕੇ ਤੇ ਅਗਲੇ ਕਹਿੰਦੇ ਨੇ ਸਾਡੇ ਕੋਲੋਂ ਕਰਾ ਲਓ ਬਸ ਜੋ ਕਰਾਉਣਾ ਹੈ, ਤੁਹਾਨੂੰ ਕਰਨ ਦੀ ਕੋਈ ਲੋੜ ਨਹੀਂ ਹੈ, ਤੁਸੀਂ ਕੁਝ ਵੀ ਨਾ ਕਰੋ, ਜੋ ਕਰਾਉਣਾ ਹੈ ਸਾਡੇ ਕੋਲੋਂ ਕਰਾ ਲਓ, ਸਾਰਾ ਕੁਝ ਹੀ ਕਰ ਦਾਂਗੇ ਅਸੀਂ। ਜਿਵੇਂ ਅੱਗੇ ਹੁੰਦਾ ਸੀ ਨਾ, ਸਾਡੇ ਕੋਲੋਂ ਕਰਾ ਲਓ, ਅਸੀਂ ਉੱਥੇ ਜਾ ਕੇ ਜੱਗ ਕਰ ਦੇਵਾਂਗੇ, ਸਾਨੂੰ ਧਨ ਦੇ ਦਿਓ, ਅਸੀਂ ਫਲਾਣੇ ਥਾਂ ਜਾ ਕੇ ਤੁਹਾਡੀ ਪੂਜਾ ਕਰ ਦੇਵਾਂਗੇ। ਬਸ ਇੱਦਾਂ ਹੀ ਸਾਡਾ ਵੀ ਹਾਲ ਹੈ, ਆਪ ਨਹੀਂ ਪੜ੍ਹਨਾ ਚਾਹੁੰਦੇ। ਤੇ ਜਿਸ ਦਿਨ ਅਸੀਂ ਇਹ ਬਚਨ ਪੜ੍ਹ ਲਿਆ ਸਾਹਿਬ ਦਾ ਵੀ ਮਾਲਕ ਤਾਂ ਆਹ ਕਹਿੰਦੇ ਨੇ, ਤੇ ਇਹ ਮਾਲਕ ਦੀਆਂ ਗੱਲਾਂ ਕਰਨ ਵਾਲੇ ਕੁਝ ਹੋਰ ਕਹਿੰਦੇ ਨੇ, ਫਿਰ ਕਿਵੇਂ ਕੰਮ ਚੱਲੇਗਾ। ਸਾਹਿਬ ਕਹਿੰਦਾ ਬਾਣੀ ਦੇ ਅੰਦਰ ਮਾਲਕ ਨੇ ਬਖਸ਼ਿਸ਼ ਕਰ ਦਿੱਤੀ ਵੀ ਜਦੋਂ ਬਾਣੀ ਨੂੰ ਪੜ੍ਹ ਲਵੇਂਗਾ ਫਿਰ ਤੈਨੂੰ ਸਾਰਾ ਸੰਸਾਰ ਇੱਕੋ ਜਿਹਾ ਲੱਗਣ ਲੱਗ ਜਾਏਗਾ, ਤੇਰੇ ਅੰਦਰੋਂ ਇਹ ਮੈਂ ਮੇਰੀ ਦੀ ਭਾਵਨਾ ਖਤਮ ਹੋ ਜਾਏਗੀ, ਆਪਣੇ ਆਪ ਨੂੰ ਉੱਚਾ ਦਿਖਾਉਣ ਦੀ ਭਾਵਨਾ ਖਤਮ ਹੋ ਜਾਏਗੀ। ਔਰ ਜਦੋਂ ਅਸੀਂ ਇਹਨਾਂ ਦੇ ਜੀਵਨ ਪੜ੍ਹਦੇ ਹਾਂ, ਮੇਰੇ ਵਰਗਿਆਂ ਦਾ ਜੀਵਨ, ਜਿਹੜੇ ਉੱਚੇ ਅਖਵਾਉਣ ਦਾ ਢੋਂਗ ਕਰਦੇ ਨੇ, ਜਿਹੜੇ ਬਾਣੀ ਦੀਆਂ ਗੱਲਾਂ ਕਰਦੇ ਨੇ ਮੇਰੇ ਵਰਗੇ, ਫਿਰ ਉਹ ਕਹਿੰਦੇ ਨਾ ਜੀ ਜਿਸ ਧੜੇ ਦੇ ਨਾਲ ਅਸੀਂ ਜੁੜੇ ਹਾਂ ਉਹ ਹੀ ਸਾਰਿਆਂ ਤੋਂ ਸ੍ਰੇਸ਼ਟ ਹੈ, ਸਾਡਾ ਹੀ ਧੜਾ ਸਾਰਿਆਂ ਤੋਂ ਉੱਪਰਲਾ ਹੈ। ਤੇ ਕਬੀਰ ਸਾਹਿਬ ਕਹਿੰਦੇ ਫਿਰ ਇੱਦਾਂ ਦੀ ਜ਼ਿੰਦਗੀ ਤਾਂ ਕਿਸੇ ਲੇਖੇ ਨਹੀਂ ਹੈ। ਗੁਰੂ ਦੇ ਦਰ ਦੇ ਉੱਤੇ ਤੇ ਇਹੀ ਜ਼ਿੰਦਗੀ ਪ੍ਰਵਾਨ ਹੈ ਜਿਸ ਦਿਨ ਤੂੰ ਕਹਿ ਦੇਵੇਂਗਾ ਨਾ ਵੀ ਮੈਂ ਕੁਝ ਹੈ ਹੀ ਨਹੀਂ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕਉ ਸੌਂਪ ਤੇ ਕਿਆ ਲੱਗੈ ਮੇਰਾ। ਇੱਥੇ ਤੇ ਅਸੀਂ ਕੁਝ ਵੀ ਨਹੀਂ ਛੱਡਣ ਨੂੰ ਫਿਰਦੇ, ਕੁਝ ਵੀ ਤਾਂ ਨਹੀਂ ਛੱਡਦੇ ਅਸੀਂ ਤੇ ਆਪਣੇ ਅੰਦਰ ਦੀ ਹਉਮੈ ਨੂੰ ਅੱਜ ਤੱਕ ਨਹੀਂ ਛੱਡ ਸਕੇ। ਕਹਿਣਾ ਅਸੀਂ ਆਪਣੇ ਆਪ ਨੂੰ ਕੀ ਹੈ, ਲਫ਼ਜ਼ ਕੀ ਵਰਤਣਾ ਹੈ, ਗੁਰਮੁਖ ਹਾਂ ਅਸੀਂ। ਆਹ ਆ ਗੁਰਮੁਖ ਦੀ ਨਿਸ਼ਾਨੀ। ਨਾ ਤਾਂ ਉਹ ਭੈੜੀ ਸੰਗਤ ਦਾ ਪ੍ਰਭਾਵ ਕਬੂਲ ਕਰਦਾ ਹੈ, ਨਾ ਉਹ ਦੂਜਿਆਂ ਦੇ ਪੰਥਾਂ ਦੇ ਵਾਸਤੇ ਖਿਆਲ ਕਰਦਾ ਹੈ, ਤੇ ਨਾ ਆਪਣੇ ਅੰਦਰ ਧੜੇ ਬਣਾਉਣ ਦੀ ਗੱਲ ਕਰਦਾ। ਅਸੀਂ ਤੇ ਧਰਮੀ ਅਖਵਾਉਣ ਵਾਲੇ ਧਰਮ ਦੇ ਠੇਕੇਦਾਰਾਂ ਨੇ, ਜਿੱਥੇ ਸਾਹਿਬ ਨੇ ਬਾਰ-ਬਾਰ ਇਹ ਗੱਲ ਸਿਖਾਈ ਸੀ ਵੀ ਭਲਿਆ ਇਕੱਠੇ ਹੋ ਕੇ ਬੈਠਣਾ ਹੈ। ਸਾਹਿਬ ਨੇ ਤੇ ਉਹਨਾਂ ਨੂੰ ਇਕੱਠੇ ਹੋ ਕੇ ਬੈਠਣ ਦਾ ਜਾਚ ਵੱਲ ਸਿਖਾ ਦਿੱਤਾ ਜਿਹੜੇ ਕਹਿੰਦੇ ਸਨ ਵੀ ਸਾਡੇ ਤੇ ਵਖਰੇਵਾਂ ਹੀ ਬੜਾ ਹੈ। ਇੱਥੇ ਤੇ ਸਾਹਿਬ ਨੇ ਪੰਡਤ ਨੂੰ ਵੀ ਉਸੇ ਲਾਈਨ 'ਚ ਬਿਠਾ ਦਿੱਤਾ, ਸ਼ੂਦਰ ਨੂੰ ਵੀ ਉਸੇ ਲਾਈਨ 'ਚ ਬਿਠਾ ਦਿੱਤਾ, ਬਰਾਬਰ ਬਿਠਾਉਣ ਦਾ ਵੱਲ ਸਿਖਾਇਆ ਸੀ ਨਾ ਬੈਠਣ ਦਾ। ਤੇ ਅਸੀਂ ਕੀ ਕੀਤਾ, ਸਾਹਿਬ ਨੇ ਤੇ ਕਿਹਾ ਸੀ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ, ਘਟ ਘਟ ਨਾਨਕ ਮਾਝਾ। ਤੇ ਅਸੀਂ ਕੀ ਕੀਤਾ, ਆਹ ਸਾਡਾ ਪੰਥ ਉੱਚਾ ਹੈ। ਦੂਜਾ ਕਹਿੰਦਾ ਨਾ ਜੀ ਸਾਡੇ ਬਾਬਾ ਜੀ ਦਾ ਬਚਨ ਉੱਚੇ ਨੇ, ਤੀਜੇ ਕਹਿੰਦੇ ਸਾਡੇ ਬਾਬਾ ਜੀ ਦੇ ਬਚਨ ਉੱਚੇ ਆ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਕਿੱਥੇ ਗਏ ਫਿਰ? ਉੱਚੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਚਨ ਹੋਣੇ ਚਾਹੀਦੇ ਸੀ ਨਾ। ਇੱਥੇ ਤੇ ਬਚਨ ਸਾਰਿਆਂ ਤੋਂ ਉੱਤੇ ਦਾ ਇਹ ਸੀ ਕਿ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ। ਇੱਥੇ ਤੇ ਸਾਹਿਬ ਨੇ ਬਾਰ-ਬਾਰ ਇਹ ਗੱਲ ਸਿਖਾਈ ਸੀ ਨਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣਿਆਈ। ਤੇ ਇੱਥੇ ਅਸੀਂ ਕੀ ਕਹਿੰਦੇ ਆ, ਆ ਜੀ ਨੀਵੀਂ ਜਾਤ ਦੇ ਨੇ, ਇਹਨਾਂ ਦੇ ਹੱਥ ਲੱਗ ਗਏ, ਹੁਣ ਅਸੀਂ ਪ੍ਰਸ਼ਾਦਾ ਨਹੀਂ ਛਕ ਸਕਦੇ। ਆ ਦੇਗ ਜੀ ਦੂਜਿਆਂ ਨੇ ਬਣਾਈ ਹੈ, ਇਹ ਸਾਡੇ ਧੜੇ ਵਾਲਿਆਂ ਨੇ ਦੇਗ ਨਹੀਂ ਬਣਾਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਪ੍ਰਵਾਨ ਹੋਈ ਦੇਗ ਲੈਣ ਵਾਸਤੇ ਵੀ ਮੁਨਕਰ ਹੋ ਜਾਂਦੇ ਨੇ। ਉੱਦਾਂ ਕਹਿੰਦੇ ਅਸੀਂ ਵੀ ਗੁਰੂ ਦੇ ਨਾਲ ਜੁੜੇ ਹੋਏ ਹਾਂ। ਮਾਫ਼ ਕਰ ਦੇਣਾ, ਗੱਲ ਚੰਗੀ ਨਹੀਂ ਲੱਗਦੀ, ਪਰ ਸੱਚ ਤੇ ਇਹੀ ਆ ਨਾ। ਗੱਲ ਚੰਗੀ ਲੱਗੇ ਨਾ ਲੱਗੇ ਇਹਦੇ ਨਾਲ ਤੇ ਕੋਈ ਗੱਲ ਨਹੀਂ, ਪਰ ਸੱਚ ਤਾਂ ਇਹੀ ਹੈ ਨਾ, ਸੱਚ ਤਾਂ ਨਹੀਂ ਬਦਲ ਜਾਏਗਾ। ਜਿਹੜਾ ਗੁਰੂ ਜਾ ਕੇ ਭਾਈ ਲਾਲੋ ਦੇ ਘਰੇ ਬੈਠ ਕੇ ਪ੍ਰਸ਼ਾਦਾ ਛਕ ਸਕਦਾ ਹੋਵੇ, ਸੰਸਾਰ ਨੀਵੀਂ ਜਾਤ ਦਾ ਕਹਿੰਦਾ ਹੈ, ਔਰ ਉਸ ਗੁਰੂ ਦੇ ਬਚਨ ਹੋਣ ਭਲਿਆ ਜਿੱਥੇ ਵੀ ਬੈਠੇ ਗੁਰਮੁਖ ਹੋਵੇ, ਚੰਗਾ ਹੋਵੇ, ਚੰਗੇ ਜੀਵਨ ਵਾਲਾ ਹੋਵੇ, ਉੱਥੇ ਜਾ ਕੇ ਪ੍ਰਸ਼ਾਦਾ ਛਕ ਲਵੇਂ, ਕੋਈ ਮਸਲਾ ਨਹੀਂ ਹੈ। ਪਰਵਾਹ ਨਾ ਕਰੀ ਜਾਤ ਕਿਹੜੀ ਹੈ, ਧਰਮ ਕਿਹੜਾ ਹੈ। ਅਸੀਂ ਤੇ ਇਹ ਵੀ ਦੇਖ ਲਿਆ ਵੀ ਸਾਡਾ ਧੜਾ ਕਿਹੜਾ ਹੈ। ਫਿਰ ਸਾਡੇ 'ਚ ਤੇ ਉਹਦੇ 'ਚ ਕੀ ਫਰਕ ਰਹਿ ਗਿਆ ਜਿਹਦੇ ਵਾਸਤੇ ਸਾਹਿਬ ਨੇ ਕਿਹਾ ਸੀ ਓਏ ਹਰ ਕੇ ਸੰਤ ਨਾ ਆਖੀਆਂ ਬਾਨਾਰਸ ਕੇ ਠੱਗ। ਤੇ ਉਹਨਾਂ 'ਚ ਤੇ ਉਹਨਾਂ 'ਚ ਕੀ ਫਰਕ ਰਹਿ ਗਿਆ, ਹੈ ਕੋਈ ਫਰਕ? ਅਸਲ ਦੇ ਵਿੱਚ ਗੁਰੂ ਨੇ ਸਾਨੂੰ ਇਕੱਠੇ ਬੈਠਣਾ ਸਿਖਾਇਆ ਸੀ, ਅਸੀਂ ਫਿਰ ਉੱਦਾਂ ਦੇ ਧੜੇ ਬਣਾ ਕੇ ਵੱਖ-ਵੱਖ ਹੋ ਕੇ ਤੁਰੇ ਫਿਰਦੇ ਹਾਂ। ਆਪੋ ਤਾਪੀ ਹੋਏ ਕਿ ਨਿਆਰੇ ਨਿਆਰੇ ਧਰਮ ਚਲਾਵਾਂ। ਉਤੋਂ ਘੱਟ ਤਾਂ ਨਹੀਂ, ਅਸੀਂ ਵੀ ਸਾਰੇ ਹੀ ਤੇ ਨਿਆਰੇ ਨਿਆਰੇ ਚਲਾਉਣੇ ਚਾਹੁੰਦੇ ਹਾਂ। ਹਰੇਕ ਕਹਿੰਦਾ ਮੈਂ ਸ੍ਰੇਸ਼ਟ ਹਾਂ, ਮੇਰੀ ਗੱਲ ਨੂੰ ਮੰਨਿਆ ਜਾਵੇ। ਕੋਈ ਨਹੀਂ ਕਹਿੰਦਾ ਵੀ ਗੁਰੂ ਦੀ ਗੱਲ ਨੂੰ ਮੰਨਿਆ ਜਾਵੇ। ਇੱਥੋਂ ਤੱਕ ਕਿ ਅਸੀਂ
ਪੰਥ ਵੰਡਦਿਆਂ ਜੋ ਗੁਰੂ ਨੇ ਬਖਸ਼ਿਸ਼ਾਂ ਸਾਡੇ ਉੱਤੇ ਕੀਤੀਆਂ ਸਨ, ਅਸੀਂ ਤੇ ਉਹ ਵੀ ਵੰਡ ਲਿਆ। ਕਿਸੇ ਨੂੰ ਪੁੱਛ ਲਓ ਨਾ ਵੀ ਅੰਮ੍ਰਿਤ ਛਕਿਆ ਹੈ? ਹਾਂਜੀ ਛਕਿਆ ਹੈ ਜੀ, ਫਲਾਣੇ ਬਾਬਾ ਜੀ ਦਾ, ਫਲਾਣੇ ਡੇਰੇ ਦਾ, ਫਲਾਣੇ ਥਾਂ ਤੋਂ ਛਕਿਆ ਜੀ। ਕੋਈ ਕਹਿੰਦਾ ਵੀ ਕਲਗੀਧਰ ਸਵਾਮੀ ਦਾ ਅੰਮ੍ਰਿਤ ਛਕਿਆ ਹੈ, ਕੋਈ ਕਹਿੰਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅੰਮ੍ਰਿਤ ਛਕਿਆ ਹੈ, ਹਰੇਕ ਕਹਿੰਦਾ ਹੈ ਨਹੀਂ ਜੀ ਫਲਾਣਿਆਂ ਦਾ ਛਕਿਆ ਹੈ। ਫਿਰ ਗੁਰੂ ਦਾ ਅੰਮ੍ਰਿਤ ਕਿੱਥੇ ਚਲਾ ਗਿਆ? ਗੁਰੂ ਦਾ ਅੰਮ੍ਰਿਤ ਤਾਂ ਨਿਕਲ ਗਿਆ ਨਾ ਵਿੱਚੋਂ। ਅਸੀਂ ਗੁਰੂ ਦਾ ਨਾਮ ਲੈ ਲੈ ਕੇ ਸਿਰਫ ਤੇ ਸਿਰਫ ਵੰਡੀਆਂ ਵਧਾਈਆਂ ਨੇ, ਹੋਰ ਕੁਝ ਵੀ ਨਹੀਂ ਕੀਤਾ। ਹਰੇਕ ਨੇ ਕਹਿ ਦਿੱਤਾ ਗੁਰੂ ਨੇ ਸਾਡੇ ਉੱਤੇ ਆ ਬਖਸ਼ਿਸ਼ ਕੀਤੀ, ਇਸ ਕਰਕੇ ਅਸੀਂ ਜੋ ਮਰਜ਼ੀ ਕਰ ਸਕਦੇ ਹਾਂ, ਤੇ ਜੋ ਅਸੀਂ ਕਵਾਂਗੇ ਉਹ ਗੁਰੂ ਦੇ ਬੋਲ ਨੇ। ਭੁਲੇਖਾ ਉਸ ਵਾਲਾ ਨਹੀਂ ਪੈ ਗਿਆ ਜਿਹੜਾ ਬ੍ਰਾਹਮਣ ਨੇ ਕਦੇ ਕਿਹਾ ਸੀ ਵੀ ਮੈਂ ਬ੍ਰਹਮਾ ਜੀ ਦੇ ਮੁਖ ਤੋਂ ਪੈਦਾ ਹੋਇਆ, ਜੋ ਮੈਂ ਕਵਾਂਗਾ ਉਹੀ ਸ੍ਰੇਸ਼ਟ ਹੈ। ਸਾਡੇ ਵਾਲਿਆਂ ਨੂੰ ਵੀ ਤੇ ਇਹ ਭੁਲੇਖਾ ਪੈ ਗਿਆ। ਅਸੀਂ ਜੀ ਗੁਰੂ ਘਰ ਤੋਂ ਚੱਲੇ ਹਾਂ, ਅਸੀਂ ਗੁਰੂ ਘਰ ਦੇ ਵਰਸੋਏ ਹਾਂ, ਅਸੀਂ ਗੁਰੂ ਨੇ ਸਾਨੂੰ ਵਰਸੋਇਆ ਹੈ, ਜੋ ਅਸੀਂ ਕਹਿੰਦੇ ਉਹੀ ਸ੍ਰੇਸ਼ਟ ਹੈ, ਬਾਕੀ ਸਾਰਾ ਸੰਸਾਰ ਗਲਤ ਹੈ। ਇਹ ਭੁਲੇਖਾ ਸਾਡਿਆਂ 'ਚ ਵੀ ਤੇ ਹੈਗਾ ਕਿਤੇ ਨਾ ਕਿਤੇ। ਸਭ ਕਹਿੰਦੇ ਜਿਹੜਾ ਸੱਚਮੁੱਚ ਗੁਰੂ ਦੇ ਨਾਲ ਜੁੜ ਗਿਆ, ਗੁਰਮੁਖ ਬਣ ਗਿਆ, ਫਿਰ ਉਹ 12 ਪੰਥਾਂ ਦੇ ਵਿੱਚ ਜਾਂ ਕਿਸੇ ਹੋਰ ਪਾਸੇ ਜਾ ਕੇ ਆਪਣੇ ਆਪ ਨੂੰ ਵਖਰੇਵਿਆਂ 'ਚ ਨਹੀਂ ਪਾਉਂਦਾ ਹੈ। ਗੁਰਮੁਖ ਵਰਨ ਅਵਰਨ ਹੋਏ, ਰੰਗ ਸੁਰੰਗ ਤਲੋਲ ਪਰਚੈ। ਗੁਰਮੁਖ ਹੋਵੇ ਫਿਰ ਫਰਕ ਨਹੀਂ ਪੈਂਦਾ ਵਰਨ ਕਿਹੜਾ ਹੈ, ਵਰਨ ਦਾ ਹੈ ਜਾਂ ਅਵਰਨ ਦਾ ਹੈ, ਉੱਚੀ ਜ਼ਾਤ ਦਾ ਹੈ ਜਾਂ ਕਿਸੇ ਵੀ ਲੇਖੇ ਦਾ ਨਹੀਂ ਹੈ। ਉੱਚੀ ਜ਼ਾਤ ਦੇ ਵਿੱਚ ਸੰਬੰਧਿਤ ਹੈ, ਭਾਵੇਂ ਅਵਰਨ ਸ਼ੂਦਰ ਜਾਤ ਦਾ ਹੋਵੇ, ਸੰਸਾਰ ਦੀ ਅਖੌਤੀ ਜਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਇੱਦਾਂ ਸੰਗਤ ਦੇ ਵਿੱਚ ਆ ਕੇ ਮਿਲ ਜਾਂਦਾ ਹੈ, ਜਿਵੇਂ ਪਾਨ ਖਾਣ ਲੱਗਿਆਂ, ਤੰਬੋਲ ਖਾਣ ਲੱਗਿਆਂ, ਪਾਨ ਖਾਣ ਲੱਗਿਆਂ, ਉਸ ਕਿੰਨੀਆਂ ਚੀਜ਼ਾਂ ਉਹਦੇ 'ਚ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ। ਪੱਤਾ ਵੱਖਰੇ ਰੰਗ ਦਾ ਹੈ, ਉਹਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਵੱਖ-ਵੱਖ ਰੰਗ ਦੀਆਂ ਨੇ, ਪਰ ਉਹ ਬਾਅਦ ਵਿੱਚ ਜਦੋਂ ਉਹਨੂੰ ਖਾਂਦਾ ਹੈ ਫਿਰ ਇੱਕੋ ਜਿਹੇ ਰੰਗ ਦਾ ਲਾਲ ਹੀ ਹੋ ਜਾਂਦਾ ਹੈ ਨਾ ਸਾਰਾ। ਇੱਦਾਂ ਹੀ ਕਿਹੜੀ ਜ਼ਾਤ ਦੇ ਨਾਲ ਸੰਬੰਧਿਤ ਹੋ ਕੇ ਆਇਆ, ਕਿਸ ਧਰਮ ਦੇ ਨਾਲ ਦਾ ਹੈ, ਕਿਸ ਖਿੱਤੇ 'ਚੋਂ ਆਇਆ, ਕਿਸ ਬੋਲੀ ਨੂੰ ਬੋਲਣ ਵਾਲਾ ਹੈ, ਕੋਈ ਫਰਕ ਨਹੀਂ ਪੈਂਦਾ। ਜਿਹੜਾ ਸੰਗਤ ਦਾ ਪ੍ਰਭਾਵ ਕਬੂਲ ਕਰ ਲਵੇ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕ ਗਿਆ, ਫਿਰ ਉਹਦੇ ਵਾਸਤੇ ਕੋਈ ਉੱਚਾ ਤੇ ਕੋਈ ਨੀਵਾਂ ਨਹੀਂ। ਉਹ ਉੱਦਾਂ ਹੀ ਮਿਲ ਜਾਂਦਾ ਹੈ ਸਾਰਿਆਂ ਦੇ ਨਾਲ, ਗੁਰੂ ਦੇ ਨਾਲ ਉੱਦਾਂ ਹੀ ਮਿਲ ਜਾਂਦਾ ਹੈ ਜਿਵੇਂ ਉਹ ਤੰਬੋਲ ਪਾਨ ਮਿਲ ਜਾਂਦਾ ਹੈ। ਗੁਰਮੁਖ ਦਰਸ਼ਨ ਦੇਖਣਾ, ਛੇ ਦਰਸ਼ਨ ਪਰਸਨ ਨਾ ਸਰਚੈ। ਗੁਰਮੁਖ ਜਿਹੜਾ ਹੈ ਉਹ ਗੁਰੂ ਦੇ ਦਰਸ਼ਨ ਕਰਦਾ ਹੈ, ਗੁਰੂ ਦੀ ਵਿਚਾਰਧਾਰਾ ਨੂੰ ਸਮਝ। ਦਰਸ਼ਨ ਦਾ ਭਾਵ ਵਿਚਾਰ, ਉਹ ਸਿਰਫ ਗੁਰੂ ਦੀ ਵਿਚਾਰਧਾਰਾ ਨੂੰ ਸਮਝਦਾ ਹੈ। ਫਿਰ ਉਹ ਛੇ ਸ਼ਾਸਤਰਾਂ ਦੇ ਦਰਸ਼ਨ ਵਾਲੇ ਪਾਸੇ ਨਹੀਂ ਜਾਂਦਾ ਵੀ ਕਿਸੇ ਨੇ ਕੀ ਲਿਖਿਆ ਹੈ, ਕਿਸੇ ਨੇ ਕਿਹੜਾ ਗਿਆਨ ਦਿੱਤਾ ਹੈ, ਕੀ ਸ੍ਰੇਸ਼ਟ ਹੈ ਕੀ ਨਹੀਂ ਸ੍ਰੇਸ਼ਟ ਹੈ। ਪੜ੍ਹਦਾ ਸਭ ਨੂੰ ਹੈ, ਪੜ੍ਹਨ ਦੀ ਮਨਾਹੀ ਨਹੀਂ ਹੈ, ਪਰ ਜਦੋਂ ਅਕੀਦੇ ਦੀ ਗੱਲ ਆਵੇਗੀ ਫਿਰ ਉਹ ਸਿਰਫ ਤੇ ਸਿਰਫ ਗੁਰੂ ਦੇ ਦਰਸ਼ਨ ਨੂੰ, ਗੁਰੂ ਦੀ ਵਿਚਾਰਧਾਰਾ ਨੂੰ ਜੀਵਨ ਦਾ ਆਧਾਰ ਬਣਾਉਂਦਾ ਹੈ। ਗੁਰਮੁਖ ਨਿਹਚਲ ਮਤ ਹੈ, ਦੂਜੇ ਭਾਏ ਲੁਭਾਏ ਨਾ ਪਚੈ। ਗੁਰਮੁਖ ਦੀ ਮੱਤ ਬੜੀ ਨਿਹਚਲ ਹੈ, ਟਿਕਾ ਵਾਲੀ ਹੈ, ਕਿਉਂਕਿ ਮੱਤ ਕਿੱਥੋਂ ਆਈ ਹੈ? ਗੁਰੂ ਦੇ ਕੋਲੋਂ। ਜਿਹਨੇ ਗੁਰੂ ਦੀ ਮੱਤ ਦੇ ਰਾਹੀਂ ਆਨੰਦ ਮਾਣਿਆ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ। ਗੁਰਮਤੀ ਰੰਗ ਮਾਣ, ਜਿਹਨੇ ਗੁਰੂ ਦੇ ਮੱਤ ਦੇ ਰਾਹੀਂ ਰੰਗ ਮਾਣੇ ਨੇ, ਫਿਰ ਦੂਜਾ ਭਾਵ, ਦੂਜੀਆਂ ਚੀਜ਼ਾਂ, ਦੂਜੀਆਂ ਵਸਤਾਂ, ਭਾਵੇਂ ਸੰਸਾਰ ਦੀ ਕੋਈ ਵੀ ਵਸਤ ਹੋਵੇ, ਫਿਰ ਉਹਦੇ ਮਨ ਦੇ ਅੰਦਰ ਲਾਲਚ ਨਹੀਂ ਪੈਦਾ ਕਰ ਸਕਦੀ। ਇੱਦਾਂ ਦਾ ਸੁਭਾਅ ਨਹੀਂ ਬਣ ਸਕਦਾ ਜਿਹੜਾ ਗੁਰਮੁਖ ਹੋਵੇ। ਹਰੇਕ ਦੇ ਵੱਸ ਦੀ ਨਹੀਂ ਹੈ। ਜਿਹੜਾ ਗੁਰਮੁਖ ਹੈ ਫਿਰ ਉਹ ਗੁਰੂ ਨੂੰ ਛੱਡ ਕੇ ਲਾਲਚਾਂ ਦੇ ਵਿੱਚ ਪੈ ਕੇ, ਗੁਰੂ ਦੇ ਦਰਸ਼ਨਾਂ ਨੂੰ, ਗੁਰੂ ਦੀ ਮੱਤ ਨੂੰ ਛੱਡ ਕੇ ਹੋਰ ਪਾਸੇ ਨਹੀਂ ਉਲਝਦਾ ਹੈ। ਗੁਰਮੁਖ ਸ਼ਬਦ ਕਮਾਵਣਾ, ਪੈਰੀ ਪੈ ਰਹਿ ਰਾਸ ਨਾ ਪਚੈ। ਗੁਰਮੁਖ ਦਾ ਸੁਭਾਅ ਹੈ ਉਹ ਸ਼ਬਦ ਨੂੰ ਕਮਾਉਂਦਾ ਹੈ, ਸ਼ਬਦ ਦੀ ਕਮਾਈ ਕਰਦਾ। ਸ਼ਬਦ ਨੂੰ ਕਮਾਉਣ ਦਾ ਭਾਵ ਸ਼ਬਦ ਦੇ ਅਨੁਸਾਰ ਜ਼ਿੰਦਗੀ ਨੂੰ ਜਿਉਂਦਾ ਹੈ। ਜਿਵੇਂ ਗੁਰੂ ਦਾ ਹੁਕਮ ਹੈ ਨਾ, ਉੱਦਾਂ ਜ਼ਿੰਦਗੀ ਨੂੰ ਜਿਉਂਦਾ ਹੈ। ਔਰ ਗੁਰੂ ਦਾ ਹੁਕਮ ਕਮਾਉਣ ਲੱਗਿਆ ਹਿਚਕਦਾ ਨਹੀਂ ਹੈ। ਮਨ ਦੇ ਅੰਦਰ ਖਿਆਲ ਨਹੀਂ ਆਉਂਦਾ ਵੀ ਜੇ ਮੈਂ ਇੱਦਾਂ ਕਰਾਂਗੇ ਸੰਸਾਰ ਕੀ ਕਹੇਗਾ, ਜੇ ਮੈਂ ਵਿਆਹ ਤੇ ਡੀਜੇ ਨਾ ਲਾਏ ਤੇ ਸੰਸਾਰ ਕੀ ਕਹੇਗਾ। ਇਹ ਨਹੀਂ ਫਰਕ ਪੈਂਦਾ। ਫਿਰ ਜੇ ਮੈਂ ਆਹ ਕਰਮਕਾਂਡ ਨਾ ਕੀਤਾ ਤੇ ਸੰਸਾਰ ਕੀ ਕਹੇਗਾ, ਜੇ ਮੈਂ ਆਹ ਪਖੰਡ ਨਾ ਕੀਤਾ ਤੇ ਲੋਕ ਕੀ ਕਹਿਣਗੇ। ਇਹ ਨਹੀਂ ਚੱਲਦਾ। ਹੁਣ ਹਿਚਕਦਾ ਨਹੀਂ ਹੈ। ਜੋ ਗੁਰੂ ਨੇ ਕਹਿ ਦਿੱਤਾ ਬਸ ਉਹੀ ਸ੍ਰੇਸ਼ਟ ਹੈ, ਉਹੀ ਮੰਨਣ ਯੋਗ ਹੈ।
ਸੰਸਾਰ ਕੀ ਕਹਿੰਦਾ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਗੁਰਮੁਖ ਭਾਏ ਭਗਤ ਚਹਿ ਮਚੈ। ਗੁਰਮੁਖ ਪ੍ਰੇਮਾ ਭਗਤੀ ਦੇ ਵਿੱਚ ਅੰਦਰ ਨੂੰ ਜੋੜ ਕੇ ਗੁਰੂ ਦੇ ਪ੍ਰੇਮ ਦੇ ਵਿੱਚ ਰੰਗਿਆ ਰਹਿੰਦਾ ਹੈ। ਇਹੀ ਤੇ ਅਸਲ 'ਚ ਤਰੀਕਾ ਹੈ ਭਗਤੀ ਦਾ, ਹੋਰ ਕੋਈ ਤਰੀਕਾ ਨਹੀਂ ਹੈ। ਇੱਕੋ ਹੀ ਇੱਕ ਤਰੀਕਾ ਹੈ, ਉਹ ਹੈ ਗੁਰੂ ਦੇ ਦਰ ਦੇ ਉੱਤੇ ਆ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਗੁਰੂ ਦੇ ਪ੍ਰੇਮ ਨੂੰ ਜ਼ਿੰਦਗੀ ਦਾ ਆਧਾਰ ਬਣਾ ਕੇ ਉਸੇ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਜਿਉਣਾ। ਇਹੀ ਅਸਲ ਦੇ ਵਿੱਚ ਭਗਤੀ ਦਾ ਮਾਰਗ ਹੈ। ਹੋਰ ਕੋਈ ਮਾਰਗ ਨਹੀਂ ਹੈ ਭਗਤੀ ਦਾ। ਕਿਸੇ ਹੋਰ ਤਰੀਕੇ ਦੇ ਨਾਲ ਕੋਈ ਧੂਣਾ ਲਾ ਕੇ, ਕੋਈ ਸਮਾਧੀ ਲਾ ਕੇ, ਕੋਈ ਭੋਰਿਆਂ 'ਚ ਬੈਠ ਕੇ ਕੋਈ ਤਰੀਕਾ ਨਹੀਂ ਹੈ। ਇੱਥੇ ਪ੍ਰੇਮਾ ਭਗਤੀ ਕੋਈ ਇੱਕ ਤਰੀਕਾ ਹੈ। ਗੁਰੂ ਦੇ ਨਾਲ ਇੰਨਾ ਕੁ ਪ੍ਰੇਮ ਵੱਧ ਜਾਵੇ, ਸੰਸਾਰ ਦੀ ਹੁਣ ਪਰਵਾਹ ਕਰਨੀ ਛੱਡ ਦਿੱਤੀ। ਪਰਵਾਹ ਨਾਹੀਂ ਕਿਸੈ ਕੇਰੀ ਬਾਜ ਸੱਚਾ ਨਾ। ਹੁਣ ਪਰਵਾਹ ਨਹੀਂ ਹੈ ਗੁਰੂ ਤੋਂ ਬਿਨਾਂ। ਸੰਸਾਰ ਦੇ ਲੋਕ ਕੀ ਕਹਿੰਦੇ ਨੇ, ਦੁਨੀਆ ਕੀ ਕਹੇਗੀ, ਫਰਕ ਇਸ ਗੱਲ ਦੇ ਨਾਲ ਪੈਂਦਾ ਹੈ ਵੀ ਗੁਰੂ ਕੀ ਕਹਿੰਦਾ ਹੈ। ਸਾਹਿਬ ਕਿਰਪਾਲੂ ਕਿਰਪਾ ਕਰਨ, ਸਾਡੇ ਹਿਰਦਿਆਂ ਦੇ ਅੰਦਰ ਇਹ ਟਿਕਾ ਗੁਰੂ ਦੀ ਮੱਤ ਬਖਸ਼ ਦੇਣ, ਗੁਰੂ ਦੇ ਦੱਸੇ ਹੋਏ ਮਾਰਗ ਦੇ ਅਨੁਸਾਰ ਜੀਵਨ ਜਾਚ ਬਖਸ਼ ਦੇਣ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।